TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ 'ਚ ਪ੍ਰੋਗਰਾਮ ਲੈ ਕੇ ਖੁੱਲ੍ਹਾ ਸੱਦਾ ਤੇ ਮੈਂ ਸਵਾਗਤ ਕਰਦਾ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਆਓ ਅੱਜ ਦੇ ਪ੍ਰੋਗਰਾਮ ਵੱਲ ਆਪਾਂ ਵਧਦੇ ਹਾਂ ਤੇ ਪਹਿਲਾਂ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਕੱਲ੍ਹ ਵਾਲੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਬਹੁਤ ਸਾਰੇ ਟੈਕਸਟ ਮੈਸੇਜ ਆਏ, ਬਹੁਤ ਸਾਰੇ ਲੋਕਾਂ ਨੇ ਸਾਡੀ ਗੱਲਬਾਤ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਸਲਾਹਿਆ ਤੇ ਬਹੁਤ ਜ਼ਿਆਦਾ ਪ੍ਰਸ਼ੰਸਾ ਹੋਈ ਕਿ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਤੇ ਮੈਂ ਬਾਕੀ ਸੱਜਣਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਜ਼ਰੂਰ ਸਾਨੂੰ ਆਪਣੇ ਵਿਊ ਜਿਹੜੇ ਨੇ ਉਹ ਪਹੁੰਚਦੇ ਕਰਿਆ ਕਰੋ। ਤੇ ਆਪਾਂ ਕੱਲ੍ਹ ਵਾਲਾ ਪ੍ਰੋਗਰਾਮ ਹੀ ਜਿਹੜਾ ਹੈ ਉਹੀ ਟੌਪਿਕ ਦੇ ਉੱਤੇ ਹੀ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਵਿਸ਼ਾ ਲੰਬਾ ਸੀ ਤੇ ਇਸ ਕਰਕੇ ਪ੍ਰੋਗਰਾਮ ਲੰਬਾ ਹੋਣ ਦੀ ਜਿਹੜੀ ਉਮੀਦ ਮੈਨੂੰ ਕੱਲ੍ਹ ਹੀ ਸੀ ਤੇ ਇਸ ਕਰਕੇ ਮੈਂ ਇਹਦਾ ਪਾਰਟ 2 ਜਿਹੜਾ ਹੈ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕਰਾਂਗਾ। ਤੇ ਆਓ ਆਪਾਂ ਪ੍ਰੋਗਰਾਮ ਵੱਲ ਜਿਹੜਾ ਹੈ ਉਹ ਵਧਦੇ ਹੈਗੇ ਆ। ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 905 872 5259 ਦੇ ਉੱਤੇ ਸਾਡੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈਗੀ ਆ। 908 905 ਜਿਹੜਾ ਸਾਡਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈਗਾ ਉਹਦੇ ਤੇ ਤੁਸੀਂ ਜਿਹੜੀ ਹੈ ਗੱਲਬਾਤ ਕਰ ਸਕਦੇ ਹੋ। 905 872 5259 ਦੇ ਉੱਤੇ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੇ ਦੌਰਾਨ ਸਾਡੇ ਨਾਲ ਜਿਹੜੀ ਆ ਸਟੂਡੀਓ 'ਚ ਕੀਤੀ ਜਾ ਸਕਦੀ ਹੈਗੀ ਆ। ਤੇ ਆਓ ਆਪਾਂ ਅੱਗੇ ਟੌਪਿਕ ਨੂੰ ਤੋਰਦੇ ਹੋਏ ਗੱਲਬਾਤ ਜਿਹੜੀ ਆ ਉਹ ਕਰਦੇ ਹੈਗੇ ਆ। ਸੋ ਜਿੱਦਾਂ ਕਿ ਮੈਂ ਕੱਲ ਦੱਸਿਆ ਸੀਗਾ ਕਿ ਏਜੰਸੀਆਂ ਜਿਹੜੀਆਂ ਨੇ ਉਹ ਕਿੱਦਾਂ ਜਿਹੜੀਆਂ ਉਹ ਖੇਡਦੀਆਂ ਨੇ, ਕਿੱਦਾਂ ਆਪਣੇ ਦੇਸ਼ ਨੂੰ ਜਿਹੜਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਚਲਾਉਂਦੀਆਂ ਨੇ। ਤੇ ਸਾਡੇ ਸਾਹਮਣੇ ਜਿਹੜੀ ਪੇਸ਼ਕਾਰੀ ਹੁੰਦੀ ਹੈਗੀ ਆ ਉਹ ਪੇਸ਼ਕਾਰੀ ਹੁੰਦੀ ਆ ਕਿ ਜਿਹੜੇ ਦੇਸ਼ ਨੂੰ ਚਲਾ ਰਹੀ ਹਕੂਮਤ ਤੇ ਜਿੱਥੇ ਉਸ ਹਕੂਮਤ ਤੇ ਏਜੰਸੀ ਦਾ ਆਪਸ ਵਿੱਚ ਤਾਲਮੇਲ ਤੇ ਉਹਨਾਂ ਦਾ ਏਜੰਡਾ ਇੱਕ ਹੋ ਜਾਵੇ ਤੇ ਫਿਰ ਉਸ ਦੇਸ਼ ਦੇ ਵਿੱਚ ਜਿਹੜੀ ਖਤਰਨਾਕ ਖੇਡ ਜਿਹੜੀ ਆ ਉਹ ਖੇਡੀ ਜਾਂਦੀ ਆ। ਤੇ ਉਸ ਤਰ੍ਹਾਂ ਦਾ ਕੁਝ ਹੀ ਵਾਪਰਿਆ ਜਿਹੜਾ ਉਹ ਪਿਛਲੇ ਸਮੇਂ ਦੌਰਾਨ ਲੰਬੇ ਸਮੇਂ ਦੌਰਾਨ ਵਾਪਰ ਰਿਹਾ ਉਹ ਭਾਰਤ ਦੇ ਵਿੱਚ ਲਗਾਤਾਰਤਾ ਦੇ ਨਾਲ ਵਾਪਰ ਰਿਹਾ ਹੈਗਾ। ਵੈਸੇ ਡੈਮੋਕ੍ਰੇਸੀ ਦੇ ਵਿੱਚ ਜੇ ਆਪਾਂ ਵਰਲਡ ਦੀ ਜਿਹੜੀ ਸੁਪਰ ਪਾਵਰ ਲੈ ਲਈਏ ਤੇ ਉਹਦੇ ਵਿੱਚ ਵੀ ਜਿਹੜੇ ਫੈਸਲੇ ਨੇ ਅਸਲੀ ਜਿਹੜੀਆਂ ਚੀਜ਼ਾਂ ਨੇ ਉਹ ਹਾਊਸ ਆਫ ਕਾਮਨਸ ਨਹੀਂ ਜਾਂਦੀਆਂ ਹੈਗੀਆਂ। ਜੋ ਪੈਂਟਾਗਨ ਫੈਸਲਾ ਲੈਂਦਾ ਹੈਗਾ US ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਨੇ ਉਹ ਹੀ ਲਾਗੂ ਹੁੰਦੀਆਂ ਨੇ, ਉਹ ਲਾਗੂ ਕਰਦੇ ਨੇ ਕਿ ਆਪਾਂ ਦੇਸ਼ ਨੂੰ ਜਿਹੜਾ ਹੈ ਉਹ ਕਿੱਦਾਂ ਨਾਲ ਚਲਾਉਣਾ ਹੈਗਾ। ਪਰ ਬਾਕੀ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਿਆ ਜਾਂਦਾ ਕਿਉਂਕਿ ਉੱਥੇ ਫੈਡਰਲਿਜ਼ਮ ਨੂੰ ਜਿਹੜਾ ਹੈ ਸਟੇਟਾਂ ਨੂੰ ਅਧਿਕਾਰ ਬੜੇ ਨੇ ਤੇ ਸਟੇਟਾਂ ਨੂੰ ਬਹੁਤ ਸਾਰੇ ਅਧਿਕਾਰ ਹੋਣ ਦੇ ਕਰਕੇ ਉੱਥੇ ਜਿਹੜੀਆਂ ਪਾਵਰਸ ਨੇ ਉਹ ਡਿਸਟਰੀਬਿਊਟ ਕੀਤੀਆਂ ਹੋਈਆਂ ਨੇ ਤੇ ਫਿਰ ਵੀ ਉੱਥੇ ਥੋੜ੍ਹਾ ਬਹੁਤ ਜਿਹੜਾ ਹੈ ਉਹ ਹਿਊਮਨ ਰਾਈਟਸ ਨੂੰ ਜਿਹੜਾ ਹੈ ਉਹ ਮੱਦੇਨਜ਼ਰ ਰੱਖ ਕੇ ਗੱਲਬਾਤ ਜਿਹੜੀ ਆ ਉਹ ਕੀਤੀ ਜਾਂਦੀ ਹੈਗੀ ਆ। ਜਿੱਥੇ ਵੀ ਹਿਊਮਨ ਰਾਈਟਸ ਦੀ ਗੱਲ ਹੁੰਦੀ ਆ ਜਾਂ ਜਿਹੜੀਆਂ ਸੋਸ਼ਲ ਸਟੇਟਸ ਨੇ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਸ ਕਰਕੇ ਕੀਤੀਆਂ ਜਾਂਦੀਆਂ ਨੇ ਕਿ ਫਿਰ ਵੀ ਉਹ ਕਿਤੇ ਨਾ ਕਿਤੇ ਜਿਹੜੀ ਆਮ ਦੁਨੀਆ ਜਿਹੜੀ ਪਬਲਿਕ ਹੈਗੀ ਆ ਜਿਨ੍ਹਾਂ ਕੋਲੋਂ ਵੋਟਾਂ ਲੈ ਕੇ ਬਣਦੇ ਨੇ ਉਹਨਾਂ ਨੂੰ ਉਹ ਜਵਾਬਦੇਹ ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁੰਦੇ ਨੇ। ਬਦਕਿਸਮਤੀ ਦੇ ਨਾਲ ਭਾਰਤ ਵਿੱਚ ਅਜਿਹਾ ਕੁਛ ਜਿਹੜਾ ਹੈ ਉਹ ਬਿਲਕੁਲ ਨਹੀਂ ਹੋ ਵਾਪਰ ਰਿਹਾ। ਉੱਥੇ ਹਮੇਸ਼ਾ ਜਿਹੜਾ ਰਾਹ ਜਿਹੜੀ ਜਿੱਦਾਂ ਚਲਾਉਣਾ ਚਾਹਵੇ ਉਹ ਬਿਲਕੁਲ ਉਸ ਤਰ੍ਹਾਂ ਦੇ ਨਾਲ ਚਲਾਉਂਦੀ ਹੈਗੀ ਆ। ਉਹ ਬਿਲਕੁਲ ਸਾਰਾ ਹੀ ਕੁਛ ਦਾਰੋਮਦਾਰ ਉਸ ਦੇ ਉੱਤੇ ਆ। ਉਹਦੇ ਵਿੱਚ ਸਿਰਫ ਫਰਕ ਇੰਨਾ ਕੁ ਆ ਜਾਂਦਾ ਹੈਗਾ, ਵੈਸੇ ਉਹ ਫਰਕ ਦੇਖਣ ਨੂੰ ਹੀ ਲੱਗਦਾ, ਉੱਥੇ ਫਰਕ ਹੈ ਕੁਛ ਨਹੀਂ ਹੈਗਾ ਕਿ ਕਿਹੜੀ ਮੈਜੋਰਟੀ ਗਵਰਨਮੈਂਟ ਜਿਹੜੀ ਆ ਉਹ ਕਿੱਦਾਂ ਦੇ ਨਾਲ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹਨਾਂ ਦੇ ਨਾਲ ਤਾਲਮੇਲ ਬਿਠਾ ਕੇ ਜਿਹੜਾ ਕੰਮ ਕਰਦੀ ਹੈਗੀ ਆ। ਪਰ ਉੱਥੇ ਇੱਕ ਚੀਜ਼ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਉਹ ਡੀਲ ਕਰਦਾ ਹੈਗਾ। ਰਾਹ ਜਿਹੜਾ ਹੈਗਾ ਉਹ ਡੀਲ ਕਿਵੇਂ ਕਰਦਾ, ਅਗਰ ਉਹਨਾਂ ਨੇ ਸਪੈਸ਼ਲੀ ਮੈਂ ਪੰਜਾਬ ਨੂੰ ਟਾਰਗੇਟ ਇਸ ਕਰਕੇ ਜਾਂ ਪੰਜਾਬ ਦੇ ਨਾਲ ਸਾਡਾ ਸੰਬੰਧ ਆ, ਪੰਜਾਬ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਤੇ ਕਿਵੇਂ ਇੰਡੀਅਨ ਸਟੇਟ ਤੇ ਰਾਹ ਪੰਜਾਬ ਨੂੰ ਕਿਵੇਂ ਡੀਲ ਕਰਦੀ ਆ ਆਪਾਂ ਉਹਦੇ ਤੇ ਗੱਲਬਾਤ ਜਿਹੜੀ ਆ ਅੱਜ ਫੋਕਸ ਕਰਾਂਗੇ।
क्योंकि साडा मेन मकसद ये हैगा कि साडे अगे जो पड़दे हुण तक पाए हुए ने पिछले 74 सालों तो उन्होंने उतारिया किवें जावे, उन्हों दी असली तस्वीर जिहड़ी आ एक एक इंसान तक जिहड़ी आ पहुंचदी किवें हो सके, ये मकसद हैगा साडा। सो राह जिहड़ी आ वो पंजाब नूं किस तरह दे नाल डील करदी आ, ਉਹਦੇ ਤੇ ਆਪਾਂ ਗੱਲਬਾਤ ਜਿਹੜੀ ਅੱਜ ਖੋਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ। ਸੋ ਪੰਜਾਬ ਬਾਰਡਰ ਸਟੇਟ ਹੈ, ਜਦ ਕਿ 2% ਉੱਥੇ ਵਸਦੀ ਹੋਈ ਸਿੱਖਾਂ ਦੀ ਆਬਾਦੀ ਜਿਹੜੀ ਆ ਉਹ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀ ਆ ਉਹ ਚੁੱਭਦੀ ਹੈਗੀ ਆ, ਕਿਉਂਕਿ ਜਦੋਂ ਇਹ ਸੋ ਕਾਲਡ ਆਜ਼ਾਦੀ ਜਿਹੜੀ ਆ ਭਾਰਤ ਦੀ ਜਿਹੜੀ ਹੁਣ ਕਿ ਅਗਸਤ ਦੇ ਮਹੀਨੇ ਦੇ ਵਿੱਚ ਬੜੇ ਵੱਡੇ ਰੂਪ ਦੇ ਵਿੱਚ ਕੁਝ ਸਾਡੇ ਸੱਜਣ ਫੇਸਬੁੱਕਾਂ ਦੇ ਉੱਤੇ ਔਰ ਬੜੇ ਤਰੀਕੇ ਦੇ ਨਾਲ 15 ਅਗਸਤ ਦੀਆਂ ਵਧਾਈਆਂ ਵੀ ਜਿਹੜੀਆਂ ਨੇ ਉਹ ਦੇਣਗੇ ਲਗਾਤਾਰਤਾ ਦੇ ਨਾਲ, ਕੋਈ ਫੁੱਲ ਬਣਾਏਗਾ, ਕੋਈ ਕੁਛ ਬਣਾਏਗਾ, ਪਰ ਅਸਲੀਅਤ ਵਿੱਚ ਕਦੀ ਉਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਕੀ ਵਾਕਿਆ ਹੀ ਖਾਸ ਤੌਰ ਦੇ ਉੱਤੇ ਪੰਜਾਬ ਨੂੰ ਆਜ਼ਾਦੀ ਮਿਲੀ ਕਿ ਗੁਲਾਮੀ ਵੱਲ ਜਿਹੜਾ ਹੈ ਉਹ ਦੁਬਾਰਾ ਧਕੇਲ ਦਿੱਤਾ ਗਿਆ। ਸੋ ਜਾਗਦੀਆਂ ਜ਼ਮੀਰਾਂ, ਜਾਗਦੇ ਹੋਏ ਸਿਰ, ਲੰਬੀ ਜਿਹੜੀ ਲੰਮੇਰੀ ਨਜ਼ਰ ਰੱਖਦੇ ਨੇ ਜਾਂ ਜਿਹੜੀ ਚੰਗੀ ਸੋਚ ਰੱਖਦੇ ਨੇ, ਉਹਨਾਂ ਨੂੰ ਇਸ ਗੱਲ ਨੂੰ ਉਹ ਭਲੀ ਭਾਂਤੀ ਜਾਣਦੇ ਨੇ ਕਿ ਇਹ ਜਿਹੜੀ ਆਜ਼ਾਦੀ ਨਹੀਂ ਸੀ, ਇਹ ਇੱਕ ਹੋਰ ਗੁਲਾਮੀ ਵੱਲ ਜਿਹੜਾ ਹੈ ਉਹ ਧੱਕ ਦਿੱਤਾ ਗਿਆ ਤੇ ਉਸ ਦਾ ਖਮਿਆਜਾ ਲਗਾਤਾਰਤਾ ਦੇ ਨਾਲ ਪਿਛਲੇ 74 ਸਾਲਾਂ ਤੋਂ ਅਸੀਂ ਭੁਗਤ ਰਹੇ ਹਾਂ। ਤੇ ਹਮੇਸ਼ਾ ਇੰਡੀਅਨ ਇੰਟੈਲੀਜੈਂਸ ਏਜੰਸੀ ਜਿਹੜੀਆਂ ਨੇ ਉਹਨਾਂ ਦੀ ਇੱਕ ਪੰਜਾਬ ਜਿਹੜਾ ਉਹਨਾਂ ਦੇ ਵਾਸਤੇ ਇੱਕ ਟਾਰਗੇਟ ਰਿਹਾ, ਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਕਿਲਿੰਗ ਗਰਾਊਂਡ ਜਿਹੜੀ ਆ ਉਹ ਉਹਨਾਂ ਨੇ ਪੰਜਾਬ ਨੂੰ ਬਣਾ ਕੇ ਹੁਣ ਤੱਕ ਰੱਖਿਆ, ਕਿਉਂਕਿ ਪੰਜਾਬ ਦੇ ਖਾਸ ਤੌਰ ਦੇ ਉੱਤੇ ਸਿੱਖਾਂ ਨੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਸੀ, ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਕਿ ਜੋ ਸਾਡੇ ਨਾਲ ਧੋਖਾ ਜਿਹੜਾ ਹੈ ਉਹ 1947 ਦੇ ਵਿੱਚ ਹੋ ਗਿਆ, ਉਸ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਐਕਸੈਪਟ ਨਹੀਂ ਕਰਦੇ, ਅਸੀਂ ਮੰਨਦੇ ਨਹੀਂ, ਨਾ ਤੁਹਾਡੇ ਅਸੀਂ ਕਾਨੂੰਨ ਨੂੰ ਮੰਨਦੇ ਹਾਂ ਤੇ ਨਾ ਹੀ ਤੁਹਾਡੀ ਅਸੀਂ ਅਧੀਨਗੀ ਜਿਹੜੀ ਆ ਉਹ ਅਸੀਂ ਪ੍ਰਵਾਨ ਕਰਦੇ ਹਾਂ, ਕਿਉਂਕਿ ਤੁਸੀਂ ਧੋਖਾ ਕੀਤਾ ਤੇ ਉਸ ਧੋਖੇ ਨੂੰ ਉਜਾਗਰ ਕਰਨ ਦੇ ਵਾਸਤੇ ਉਹ ਲਗਾਤਾਰ ਤਤਪਰ ਰਹੇ। ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਲਗਾਤਾਰ ਜਿਹੜਾ ਅੱਗੇ ਸੌਂਪ ਕੇ ਆਪਣੇ ਕੁਛ ਇਸ ਦੁਨੀਆ ਤੇ ਮੌਜੂਦ ਨੇ ਤੇ ਕੁਛ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਪਰ ਅਸੀਂ ਖੇਡ ਨੂੰ ਕਿੰਨਾ ਕੁ ਸਮਝਦੇ ਹਾਂ, ਅਸੀਂ ਕਿਸ ਤਰ੍ਹਾਂ ਦੇ ਨਾਲ ਲੈਨੇ ਹੈਗੇ ਆ ਕਿ ਜਿਹੜੇ ਸਾਡੇ ਉੱਤੇ ਚੌਧਰੀ ਲਾਏ ਗਏ ਨੇ ਹੁਣ ਤੱਕ, ਜਾਂ ਜਿਨ੍ਹਾਂ ਨੂੰ ਚੌਧਰ ਦੇ ਕੇ ਪੰਜਾਬ ਦੀ ਜਿਹੜੀ ਆ ਉਹ ਨਵਾਜਿਆ ਗਿਆ, ਉਹ ਲੋਕ ਜਿਹੜੇ ਨੇ ਉਹ ਸਿੱਧੇ ਜਿੱਦਾਂ ਮੈਂ ਕੱਲ ਵੀ ਗੱਲ ਤੁਹਾਡੇ ਨਾਲ ਇਹੀ ਕਰ ਰਿਹਾ ਸੀ ਕਿ ਕੁਝ ਸਿੱਧੇ ਉਹਨਾਂ ਏਜੰਸੀਆਂ ਦੇ ਬੰਦੇ ਨੇ, ਉਹਨਾਂ ਏਜੰਸੀਆਂ ਦੇ ਹੈਗੇ ਨੇ, ਤਾਂ ਹੀ ਉਹਨਾਂ ਦਾ ਇੱਕ ਵਾਲ ਵੀ ਹੁਣ ਤੱਕ ਵਿੰਗਾ ਜਿਹੜਾ ਉਹ ਨਹੀਂ ਕਰ ਸਕਿਆ। ਚਾਹੇ ਉੱਥੇ ਆਪੋਜੀਸ਼ਨ ਖੜੀ ਕਰਕੇ ਪੁੱਠੀ ਕਰ ਲਓ, ਜਾਂ ਉਹ ਆਪੋਜੀਸ਼ਨ ਵਾਲੇ ਵੀ ਜਿਹੜੇ ਨੇ ਉਹ ਉਹਨਾਂ ਦੇ ਖਿਲਾਫ ਜੋ ਮਰਜ਼ੀ ਬੋਲੀ ਜਾਣ, ਕਦੀ ਤੁਸੀਂ ਪੁਰਾਣੇ ਜਿੰਨੇ ਵੀ ਚੀਫ ਮਿਨਿਸਟਰ ਨੇ ਉਹਨਾਂ ਦਾ ਕੁਝ ਹੋਇਆ ਕੋਈ ਇੰਨਾ ਵੀ ਵਾਲ ਵਿੰਗਾ ਵੀ ਵਿਗੜਿਆ ਦੇਖਿਆ, ਤੇ ਹੁਣ ਵਾਲਿਆਂ ਦਾ ਤੁਸੀਂ ਵਾਲ ਵਿੰਗਾ ਹੁੰਦਾ ਕਦੀ ਦੇਖੋਗੇ? ਕਦੀ ਦੇਖ ਰਿਹਾ ਕਿ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਉਹਨਾਂ ਦੀ ਜਿਹੜੀ ਜਿੰਨੀ ਜਾਇਦਾਦ ਉਹਨਾਂ ਨੇ ਬਣਾ ਲਈ, ਜਿੰਨਾ ਉਹਨਾਂ ਨੇ ਲੁੱਟ ਲਿਆ, ਜਿੰਨਾ ਉਹਨਾਂ ਨੇ ਕੁੱਟ ਲਿਆ, ਉਸ ਦੇ ਬਾਵਜੂਦ ਉਹਨਾਂ ਦੇ ਉੱਤੇ ਇੰਡੀਅਨ ਸਟੇਟ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ। ਤਾਂ ਉਹ ਕਾਨੂੰਨ ਉਹਨਾਂ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦਾ? ਉਹ ਇਸ ਕਰਕੇ ਕਿ ਉਹਨਾਂ ਵਾਸਤੇ ਕਾਨੂੰਨ ਜਿਹੜੇ ਨੇ ਉਹ ਅਲੱਗ ਤਰੀਕੇ ਦੇ ਨਾਲ ਏਜੰਸੀਆਂ ਘੜਦੀਆਂ ਨੇ ਕਿ ਲਓ ਤੁਸੀਂ ਸਾਨੂੰ ਜਵਾਬ ਦਿਓ ਤੇ ਤੁਸੀਂ ਜੋ ਮਰਜ਼ੀ ਇਹਨਾਂ ਦੇ ਨਾਲ ਕਰੋ, ਇਹਨਾਂ ਨੂੰ ਕੁੱਟੋ ਲੁੱਟੋ, ਜੋ ਮਰਜ਼ੀ ਕਰੋ, ਤੁਹਾਡੇ ਉੱਤੇ ਕੋਈ ਐਕਸ਼ਨ ਨਹੀਂ ਆਉਂਦਾ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਵੀ ਜਿਹੜਾ ਹੈ ਕੋਈ ਐਕਸ਼ਨ ਨਹੀਂ ਆਉਂਦਾ ਹੈਗਾ। ਤਾਂ ਹੀ ਕਰਕੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਵਿੱਚ ਰਾਜਨੀਤਿਕ ਲੋਕ ਪੈਦਾ ਹੁੰਦੇ ਨੇ, ਉਹੋ ਹੀ ਰਾਜਨੀਤੀ ਨੂੰ ਉਸ ਤਰ੍ਹਾਂ ਦੇ ਨਾਲ ਚਲਾਉਂਦੇ ਨੇ, ਤੇ ਅਸੀਂ ਲੋਕ ਰਾਜਨੀਤੀ ਨੂੰ ਜਿਹੜਾ ਹੈ ਬੜੇ ਸੌਖੇ ਤਰੀਕੇ ਨਾਲ, ਸਿੰਪਲ ਤਰੀਕੇ ਨਾਲ ਦੇਖਦੇ ਹੈਗੇ ਆ। ਆਪਾਂ ਇਹ ਦੇਖਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਅੱਜ ਭਗਵੰਤ ਮਾਨ ਬੋਲ ਪਿਆ ਜੀ, ਤੇ ਉਹਨੇ ਬਾਹਾਂ ਖੜੀਆਂ ਕਰਕੇ ਦੇਖੋ ਜੀ ਉਹਨੇ ਤਾਂ ਫਲਾਣੇ ਨੂੰ ਚੁੱਪ ਕਰਾਤਾ, ਜਾਂ ਫਲਾਣੇ ਨੂੰ ਉਹਨੇ ਗੱਲਬਾਤ ਦੇਖੋ ਜੀ ਕਿੱਡੀ ਵੱਡੀ ਕੀਤੀ ਆ।
ਤੇ ਉਹ ਜਿਹੜੀਆਂ ਗੱਲਾਂ ਬਾਤਾਂ ਨੇ, ਉਹਨਾਂ ਗੱਲਾਂ ਬਾਤਾਂ ਦੇ ਨਾਲ ਕੀ ਪੰਜਾਬ ਦਾ ਕੁਛ 1% ਵੀ ਸੁਧਾਰ ਹੋ ਸਕਦਾ? ਜਾਂ ਜਿਹੜਾ ਉੱਥੇ ਬੈਠਾ ਸਪੀਕਰ ਸੁਣ ਰਿਹਾ ਹੈ, ਜਾਂ ਜਿਹੜਾ ਸਪੀਕਰ ਹੁਣ ਤੱਕ ਸੁਣਦਾ ਆਇਆ, ਜਾਂ ਜਿਸ ਨੇ ਵੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ, ਕਿ ਉਹਨਾਂ ਦੇ ਨਾਲ ਪੰਜਾਬ ਦਾ ਜੋ ਕੁਝ ਹੁਣ ਤੱਕ ਹੋਇਆ ਬੀਤਿਆ, ਜੋ ਕੁਝ ਵੀ ਉੱਥੇ ਵਾਪਰ ਗਿਆ, ਉਹਦਾ ਕੋਈ 1% ਵੀ ਇਨਸਾਫ ਮਿਲ ਸਕਿਆ? ਜਾਂ ਜਿਹੜੇ ਲੋਕ ਕੋਰਟਾਂ ਦੇ ਵਿੱਚ ਰੁਲ ਗਏ, ਸਾਰੀ ਜ਼ਿੰਦਗੀ ਉਹਨਾਂ ਨੇ ਲਾ ਦਿੱਤੀ, ਸਾਰਾ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਉਹ ਉਹਨਾਂ ਨੇ ਉਹਦੇ ਵਿੱਚ ਸਹਿਮ ਦੇ ਵਿੱਚ ਹੀ ਕੱਢ ਦਿੱਤਾ, ਜਾਂ ਉਹ ਕੋਰਟਾਂ ਦੇ ਵਿੱਚ ਹਿੰਮਤ ਕਰਕੇ ਧੱਕੇ ਖਾਂਦੇ ਰਹੇ ਵੀ ਸਾਨੂੰ ਕੋਈ ਜਸਟਿਸ ਜਿਹੜਾ ਉਹ ਮਿਲ ਜਾਵੇ, ਤੇ ਉਹ ਜਸਟਿਸ ਉੱਥੇ ਡਿਲੇ 20 30 ਸਾਲ ਹੋ ਗਏ ਲੋਕਾਂ ਨੂੰ, ਉਹਨਾਂ ਨੂੰ ਕੋਈ ਜਸਟਿਸ ਨਾਮ ਦੀ ਕੋਈ ਚੀਜ਼ ਨਹੀਂ। ਇਹਦਾ ਮਤਲਬ ਕਿ ਭਾਰਤ ਦੇ ਵਿੱਚ ਕਿਸੇ ਕਿਸਮ ਦਾ ਜਿਹੜਾ ਹੈ ਉਹ ਕਾਨੂੰਨ ਦਾ ਕੋਈ ਵੀ ਇੱਕ ਪਾਸਾ ਵੀ ਤੁਸੀਂ ਉਸ ਨੂੰ ਜਿਹੜਾ ਹੈ ਉਹ ਇਹ ਨਹੀਂ ਦੇਖ ਸਕਦੇ, ਖਾਸ ਤੌਰ ਤੇ ਪੰਜਾਬ ਦੇ ਨਾਲ। ਬਾਕੀ ਜਗ੍ਹਾ ਦੇ ਉੱਤੇ ਤੁਸੀਂ ਉਹਨਾਂ ਲੋਕਾਂ ਨੂੰ ਸੈਟੀਸਫੈਕਸ਼ਨ ਹੋ ਸਕਦੀ ਆ ਕਿ ਅਸੀਂ ਕੋਈ ਪ੍ਰਕਿਰਿਆ ਦੇ ਵਿੱਚ ਪੈ ਕੇ, ਕਿਸੇ ਹਾਈ ਕੋਰਟ ਦੇ ਵਿੱਚ, ਕਿਸੇ ਸੁਪਰੀਮ ਕੋਰਟ ਦੇ ਵਿੱਚ ਪ੍ਰਕਿਰਿਆ 'ਚ ਪੈ ਕੇ ਕੋਈ ਫੈਸਲਾ ਅਸੀਂ ਕਰਵਾ ਸਕਦੇ ਹੈਗੇ ਆ, ਪਰ ਖਾਸ ਤੌਰ ਦੇ ਉੱਤੇ ਇਹਨਾਂ ਏਜੰਸੀਆਂ ਦੇ ਬੰਦੇ ਤੇ ਇਹ ਏਜੰਸੀਆਂ ਵਾਲੇ ਪੰਜਾਬ ਦਾ ਕੋਈ ਵੀ ਫੈਸਲਾ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਪੱਖ ਦੇ ਵਿੱਚ ਇਹਨਾਂ ਨੇ ਨਾ ਹੋਣ ਦਿੱਤਾ, ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਹੋਣ ਦੇਣਗੇ। ਤਾਂ ਹੀ ਸਾਨੂੰ ਕਦੀ ਨਾ ਕੋਈ ਇਨਸਾਫ ਮਿਲਿਆ, ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਕੋਈ ਇਨਸਾਫ ਮਿਲੇਗਾ। ਕਿੰਨਾ ਕੁਛ ਹੋ ਬੀਤ ਗਿਆ ਹੁਣ ਤੱਕ। ਬਾਕੀ ਸਟੇਟਾਂ ਨੂੰ ਤੁਸੀਂ ਜਿਹੜਾ ਧਿਆਨ ਦੇ ਨਾਲ ਦੇਖੋ, ਇੰਡੀਆ ਦੀਆਂ ਬਾਕੀ ਸਟੇਟਾਂ ਨੂੰ, ਕਿ ਬਾਕੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਤਸ਼ੱਦਦ, ਘਾਣ ਕਿਸੇ ਕਮਿਊਨਿਟੀ ਦਾ ਕੀਤਾ ਗਿਆ? ਕਿ ਇਸ ਲੈਵਲ ਦੇ ਉੱਤੇ ਜਾ ਕੇ ਮਾਸ ਕਿਲਿੰਗ ਕੀਤੀ ਗਈ? ਕਿ ਇਸ ਤਰ੍ਹਾਂ ਦੇ ਨਾਲ ਕੋਈ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਜੈਨੋਸਾਈਡ ਜਿਹੜਾ ਹੈ, ਆਪਾਂ ਗੁਜਰਾਤ ਦੀ ਗੱਲ ਕਰਦੇ ਹਾਂ, ਪਰ ਗੁਜਰਾਤ ਦੇ ਵਿੱਚ ਵੀ ਇਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਘਾਣ ਨਹੀਂ ਹੋਇਆ ਹੈਗਾ। ਠੀਕ ਹੈ, ਗੁਜਰਾਤ ਦੇ ਵਿੱਚ ਉਸ ਨੂੰ ਵੀ ਇੱਕ ਆਪਾਂ ਮਾਸ ਕਿਲਿੰਗ ਕਹਿੰਦੇ ਆ ਕਿ ਹਾਂ ਹੋਇਆ, ਲੇਕਿਨ ਜਿੱਡਾ ਲੰਮਾ ਪੀਰੀਅਡ ਪੰਜਾਬ ਤੇ ਪੰਜਾਬੀਆਂ ਤੇ ਖਾਸ ਤੌਰ ਤੇ ਉੱਤੇ ਸਿੱਖਾਂ ਨੇ ਸਿਆ, ਉਸ ਡਿਗਰੀ ਦੇ ਉੱਤੇ ਜਾ ਕੇ ਕਦੀ ਕਿਸੇ ਵੀ ਸਟੇਟ ਦੇ ਨਾਲ ਇਹੋ ਜਿਹਾ ਕੁਝ ਹੋਇਆ, ਵਾਪਰਿਆ, ਤੁਹਾਨੂੰ ਕੋਈ ਦਿਖਾਈ ਦਿੰਦਾ ਤਾਂ ਜ਼ਰੂਰ ਆਪਣੇ ਕਮੈਂਟ ਦੇ ਵਿੱਚ ਦੱਸਿਓ ਕਿ ਹਾਂ, ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਜਿਹੜੀ ਆ ਸਹੀ ਜਾਣਕਾਰੀ ਜਿਹੜੀ ਆ ਉਹ ਸਾਡੇ ਤੱਕ ਪਹੁੰਚਦੀ ਨਹੀਂ ਕਰ ਰਹੇ ਹੈਗੇ। ਸੋ ਜਦੋਂ ਐਡੇ ਵੱਡੇ ਲੈਵਲ ਦੇ ਉੱਤੇ ਸਾਰਾ ਕੁਝ ਹੋਇਆ, ਉੱਥੇ ਕਿਸੇ ਜਿਹੜੇ ਲੋਕ ਇਹ ਠੋਕ ਕੇ ਕਹਿੰਦੇ ਨੇ ਕਿ ਸਾਨੂੰ ਉਸ ਭਾਰਤੀ ਸਿਸਟਮ ਦੇ ਕਾਨੂੰਨ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਆ, ਤੇ ਮੈਂ ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਇਹ ਗੱਲ ਦੱਸ ਦਿਓ ਕਿ ਤੁਸੀਂ ਕਿਸੇ ਇੱਕ ਵੀ ਉਸ ਤਰ੍ਹਾਂ ਦੇ ਬੰਦੇ ਨੂੰ ਕੋਈ ਫਾਂਸੀ ਚੜਾਇਆ ਹੋਵੇ ਵੀ ਭਾਈ ਇਹ ਜਿਹੜਾ ਸੀਗਾ ਇਹ ਜੈਨੋਸਾਈਡ ਦਾ ਜਿਹੜਾ ਮੁਲਜ਼ਮ ਸੀਗਾ, ਤੇ ਇਸ ਨੂੰ ਜਿਹੜਾ ਹੈ ਇਹ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਦਿੱਤੀ ਗਈ ਹੈਗੀ ਆ। ਲੇਕਿਨ ਉਸਦੇ ਉਲਟ ਜੋ ਕੁਛ ਵਾਪਰਿਆ ਜਿਨ੍ਹਾਂ ਲੋਕਾਂ ਦੇ ਨਾਲ, ਤਾਂ ਜਿਹੜੇ ਲੋਕ ਇਸ ਸਿਸਟਮ ਦੇ ਖਿਲਾਫ ਖੜੇ, ਉਹ ਅੱਜ ਵੀ ਜਿਹੜੇ ਨੇ ਉਹ ਤਿੰਨ ਉਮਰ ਕੈਦਾਂ ਭੋਗ ਕੇ ਤੇ ਜੇਲ੍ਹਾਂ ਦੇ ਵਿੱਚ ਬੈਠੇ ਨੇ। ਉਹਨਾਂ ਨੂੰ, ਉਹਨਾਂ ਦੇ ਬਜ਼ੁਰਗ ਹੋ ਗਏ ਉਹ ਲੋਕ, ਉਹਨਾਂ ਦੀਆਂ ਜਦੋਂ ਉਹ ਗਏ ਸੀ ਜੇਲ੍ਹ ਦੇ ਵਿੱਚ, ਦਾੜੀਆਂ ਉਹਨਾਂ ਦੀਆਂ ਕਾਲੀਆਂ ਸੀ ਤੇ ਅੱਜ ਉਹਨਾਂ ਦੀਆਂ ਚਿੱਟੀਆਂ। ਤੇ ਅੱਜ ਵੀ ਜਿਹੜੀ ਸਟੇਟ ਜਾਂ ਏਜੰਸੀਆਂ ਇਹ ਕਹਿੰਦੀਆਂ ਨੇ ਕਿ ਸਾਨੂੰ ਇਹਨਾਂ ਤੋਂ ਖਤਰਾ, ਸਾਨੂੰ ਇਹਨਾਂ ਤੋਂ ਜਿਹੜਾ ਹੈ ਉਹ ਭੈ ਭੀਤ ਅਸੀਂ, ਜਾਂ ਇਹਨਾਂ ਨੂੰ ਬਾਹਰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹ ਕੱਢਿਆ ਨਹੀਂ ਜਾ ਸਕਦਾ ਹੈਗਾ। ਸੋ ਇੱਥੇ ਕਿੱਥੇ ਗਈ ਜੁਡੀਸ਼ਰੀ, ਕਿੱਥੇ ਗਿਆ ਉਹ ਸੰਵਿਧਾਨ, ਕਿੱਥੇ ਗਏ ਕਾਨੂੰਨ, ਕਿੱਥੇ ਗਿਆ ਸਾਰਾ ਇਹ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਮਖੌਟਾ ਭਾਰਤ ਨੇ ਜਿਹੜਾ ਪਾ ਰੱਖਿਆ ਹੈਗਾ। 1% ਵੀ ਕਿਤੇ ਕਿਸੇ ਨੂੰ ਕੋਈ ਇਨਸਾਫ ਮਿਲਿਆ ਜਾਂ ਮਿਲਣ ਦੀ ਕੋਈ ਆਸ ਹੈਗੀ ਆ? ਜਦੋਂ ਸਾਨੂੰ ਇਸ ਪੱਖ ਦੇ ਉੱਤੇ ਆਸ ਹੀ ਕਿਸੇ ਤਰੀਕੇ ਦੀ ਨਹੀਂ ਹੈਗੀ, ਤੇ ਕਿੱਦਾਂ ਤੁਸੀਂ ਇਹਦੇ ਇਸ ਜਿਹੜਾ ਭਾਰਤੀ ਜਿਹੜਾ ਸਿਸਟਮ ਖੜਾ ਹੋਇਆ ਇਹਦੇ ਤੇ ਵਿਸ਼ਵਾਸ ਕਰੋਗੇ? ਤੇ ਮਖੌਟਾ ਪਾ ਕੇ ਤੇ ਜਿਹੜੇ ਆ ਚੌਧਰੀ ਚੁਣ ਕੇ
ਲਾਣੇਦਾਰ ਚੁਣ ਕੇ ਇਹਨਾਂ ਨੂੰ ਭੇਜ ਦਿੰਦੇ ਹੋ ਤੇ ਉਮੀਦ ਕਰਦੇ ਹੋ ਕਿ ਇਹ ਤੁਹਾਡੀ 1% ਵੀ ਜਿਹੜੀ ਚਲੋ ਖਾਸ ਜਿਹੜੀਆਂ ਸਾਡੀਆਂ ਹੱਕ ਨੇ ਉਹਨਾਂ ਨੂੰ ਤਾਂ ਇੱਕ ਸਾਈਡ ਤੇ ਛੱਡ ਦਿਓ, ਤੁਹਾਡੇ ਜੀਵਨ ਨੂੰ ਨੋਰਮਲ ਤਰ੍ਹਾਂ ਦੇ ਨਾਲ ਇੱਕ ਹਿਊਮਨ ਬੀਇੰਗ ਦੀ ਤਰ੍ਹਾਂ ਦੇ ਨਾਲ ਇਹ ਜੀਣ ਦਾ ਹੱਕ ਵੀ ਤੁਹਾਨੂੰ ਦਵਾ ਸਕਦੇ ਨੇ। 1% ਵੀ ਹੱਕ ਵੀ ਤੁਹਾਨੂੰ ਦਵਾ ਸਕਦੇ ਨੇ। ਕਿਤੇ ਕਿਤੇ ਦਵਾਇਆ ਇਹਨਾਂ ਨੇ, ਕਿਤੇ ਇਹਨਾਂ ਦੀ ਕੋਈ ਪਾਵਰ ਹੈ। ਆਪਾਂ ਏਸ਼ੀਅਨ 올림픽 ਗੇਮ ਦੀ ਗੱਲ ਕਰ ਲੈਂਦੇ ਹੈਗੇ ਆ। ਚੀਫ ਮਿਨਿਸਟਰ ਆਫ ਪੰਜਾਬ ਦੀ ਇੰਨੀ ਔਕਾਤ ਦਾ ਇੰਨੀ ਜ਼ਰੂਰਤ ਨਹੀਂ ਹੈਗੀ ਕਿ ਉਹ ਹਰਿਆਣੇ ਦੀ ਤਰਜ਼ ਦੇ ਉੱਤੇ ਇੰਨਾ ਕਹਿ ਸਕੇ ਕਿ ਉਹ ਹਰਿਆਣੇ ਦੇ ਪਲੇਅਰ ਕਹਿ ਕੇ ਉਹਨੇ ਪੁਕਾਰਿਆ ਤੇ ਉਹਨੇ ਪੰਜਾਬ ਦੇ ਪਲੇਅਰ ਕਹਿ ਕੇ ਵੀ ਨਹੀਂ ਪੁਕਾਰਿਆ ਹੈਗਾ। ਇੰਨੀ ਇਹਨਾਂ ਦੀ ਔਕਾਤ ਜਿਹੜੀ ਆ ਉਹ ਨਹੀਂ ਹੈਗੀ ਕਿ ਮੇਰੇ ਤੇ ਕਿਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਦਰਜ ਨਾ ਹੋ ਜੇ। ਇੰਨੀ ਵੀ ਤੁਹਾਨੂੰ ਜਿਹੜੀ ਹੈ ਉਹ ਖੁੱਲ੍ਹ ਨਹੀਂ ਹੈਗੀ ਕਿ ਤੁਸੀਂ ਹਿੱਕ ਠੋਕ ਕੇ ਬਾਕੀ ਤਾਂ ਗੱਲਾਂ ਛੱਡ ਦਿਓ, ਤੁਸੀਂ ਕਾਗਜ਼ੀ ਪੱਤਰੀ ਛੱਡ ਦਿਓ, ਬਾਕੀ ਚੀਜ਼ਾਂ ਨੂੰ ਛੱਡ ਦਿਓ। ਤੁਸੀਂ ਇੱਕ ਦੇਖੋ ਕਿ ਉਹ ਲੋਕ, ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਹੈਗਾ ਕਿ ਜਿੰਨੇ ਮਰਜ਼ੀ ਇਹਨਾਂ ਨੂੰ ਤਗਮੇ ਜਿੱਤ ਕੇ ਦੇ ਦਿਓ, ਜੋ ਮਰਜ਼ੀ ਇਹਨਾਂ ਨੂੰ ਕਰ ਦਿਓ, ਸਰਹੱਦਾਂ ਤੇ ਇਹਨਾਂ ਵਾਸਤੇ ਲੜ ਲਓ, ਤੁਸੀਂ ਇਹਨਾਂ ਵਾਸਤੇ ਜਿਹੜਾ ਹੈ ਉਹ ਤੀਜੇ ਦਰਜੇ ਦੇ ਜਿਹੜਾ ਸ਼ਹਿਰੀ ਬਣ ਕੇ ਹੁਣ ਤੱਕ ਜਿਹੜੇ ਇਹਨਾਂ ਨੂੰ ਦਿਖਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੀਜੇ ਦਰਜੇ ਦੇ ਸ਼ਹਿਰੀ ਬਣ ਕੇ ਦਿਖੋਗੇ, ਜੇ ਅਸੀਂ ਆਪਣੇ ਕਦਮ ਸਹੀ ਨਾ ਪੁੱਟੇ ਜਾਂ ਆਪਣੀ ਮੰਜ਼ਿਲ ਵੱਲ ਨੂੰ ਜਿਹੜਾ ਹੈ ਉਹ ਰਸਤਾ ਨਾ ਚੁਣਿਆ। ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਮਿਲਦੇ ਹਾਂ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ। ਮੈਂ ਅਗਲੀ ਜਿਹੜੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅਰ ਜਿਹੜੀ ਆ ਉਹ ਕਰਾਂਗਾ ਤੇ ਆਪਾਂ ਮਿਲਦੇ ਹਾਂ ਜੀ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। वक्त बदल चुका है ते वक्त दे नाल बदल चुके ने एंटरटेनमेंट दे साधन भी। हुण केबल, सैटेलाइट या IPTV बॉक्स दी कोई जरूरत नहीं। अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ईबाबा एंटरटेनमेंट ऐप। कास्ट डोंगल दी मदद नाल तुसी अपने पसंदीदा टीवी चैनल्स या मूवीज अपने टीवी ते भी देख सकदे हो अते ड्राइव करदे वेले ब्लूटूथ नाल रेडियो भी सुन सकदे हो। ईबाबा एंटरटेनमेंट ऐप एंड्रॉयड टीवी अते सेट टॉप बॉक्स गूगल प्ले स्टोर ते उपलब्ध ਹਨ। सो जल्दी तो जल्दी खुद भी ਇਹ ऐप डाउनलोड करो ਅਤੇ ਆਪਣੇ फैमिली फ्रेंड्स ਨਾਲ ਵੀ ਇਹ ਜਾਣਕਾਰੀ शेयर करो। ईबाबा एंटरटेनमेंट ऐप। ਜੇਕਰ ਤੁਸੀਂ ਕੋਈ ਆਪਣਾ ਘਰ ਵੇਚਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡਾ ਸੁਪਨੇ ਨੂੰ ਪੂਰਾ ਕਰਨਗੇ ਵਿੱਕੀ ਸਿੰਘ। ਸੋ ਵਿੱਕੀ ਸਿੰਘ ਹੋਣਾ ਨਾਲ ਤੁਸੀਂ ਬੈਠੋ, ਉਹਨਾਂ ਨਾਲ ਇੱਕ ਮੀਟਿੰਗ ਕਰੋ, ਤੁਹਾਡੇ ਘਰ ਦੇ ਵਧੀਆ ਡਾਲਰ ਦਵਾ ਸਕਦੇ ਨੇ। ਅਗਰ ਤੁਸੀਂ ਕੋਈ ਫਸਟ ਟਾਈਮ ਬਾਇਰ ਹੋ, ਤੁਸੀਂ ਵਧੀਆ ਪ੍ਰਾਪਰਟੀ ਲੱਭ ਰਹੇ ਹੋ ਤੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰੋ, ਤੁਹਾਡੇ ਬਜਟ ਦੇ ਅਕੋਰਡਿੰਗ ਟੂ ਤੁਹਾਨੂੰ ਵਧੀਆ ਘਰ ਦਿਵਾਉਣਗੇ। ਸੋ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਨੇ। ਉਹਨਾਂ ਦਾ ਕੰਟੈਕਟ ਨੰਬਰ ਹੈਗਾ 3659990709 ਦੇ ਉੱਤੇ 365 999 0709 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਇਲੇ ਪੇਜ ਨਾਲ ਕੰਮ ਕਰਦੇ ਨੇ, ਬੈਠ ਕੇ ਮੀਟਿੰਗ ਕਰੋ। ਅਗਰ ਕੋਈ ਇਨਵੈਸਟਮੈਂਟ ਪ੍ਰਾਪਰਟੀ ਵੀ ਲੱਭ ਰਹੇ ਹੋ ਤਾਂ ਵੀ ਤੁਹਾਡੀ ਜਿਹੜੀ ਹੈ ਉਸ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈਗਾ। ਸੋ ਸੰਪਰਕ ਕਰੋ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ ਅਗੇਨ 3659990709 ਦੇ ਉੱਤੇ। TV16 टोरंटो देख रहे हैं दर्शकों को सत श्री अकाल। मैं कविन गुरबाल लेके आ रही हूँ प्रोग्राम मस्ती विद किड्स। अगर तुहाडी एज 5 to 14 है फिर तुसी इस प्रोग्राम विच पार्टिसिपेट कर सकते हो। अगर तुसी मेरे गेस्ट बनना चाहते हो कॉन्टैक्ट tv16toronto@gmail.com या टेक्स्ट मैसेज और व्हाट्सएप करो 647-528-1016 ਤੇ ਫਿਰ ਮਿਲਦੇ ਆ ਪ੍ਰੋਗਰਾਮ ਮਸਤੀ ਵਿਦ ਕਿਡਸ ਓਨਲੀ ਔਨ TV16 ਟੋਰਾਂਟੋ ਤੇ। ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਦਾ।
ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਜਿਹੜਾ ਹੈ ਉਹ ਪਸੰਦ ਆ ਰਿਹਾ ਹੋਵੇਗਾ। ਆਪਣੇ ਕਮੈਂਟਸ ਔਰ ਆਪਣੀ ਜਿਹੜੀ ਫੀਡਬੈਕ ਹੈ ਉਹ ਜ਼ਰੂਰ ਸਾਡੇ ਤੱਕ ਪਹੁੰਚਦੀ ਕਰਿਆ ਕਰੋ। ਪ੍ਰੋਗਰਾਮ ਵਧੀਆ ਲੱਗਦਾ ਤਾਂ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜੋ ਅਸੀਂ ਗੱਲਾਂ ਦਾ ਆਦਾਨ ਪ੍ਰਦਾਨ ਕਰਦੇ ਹੈਗੇ ਆ ਉਹ ਅੱਗੇ ਜਿਹੜਾ ਹੈ ਉਹ ਪਹੁੰਚਦਾ ਹੋ ਸਕੇ ਤੇ ਅਸੀਂ ਆਪਣੀ ਜਿਹੜੀ ਡਿਊਟੀ ਨਿਭਾ ਰਹੇ ਹੈਗੇ ਆ ਉਹ ਕਮ ਸੇ ਕਮ ਉਹਨਾਂ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਨੇ ਉਹਨਾਂ ਤੱਕ ਜ਼ਰੂਰ ਪਹੁੰਚਦਾ ਜਿਹੜਾ ਹੈ ਉਹ ਹੋ ਸਕੇ। ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਾਨੂੰ ਇੰਤਜ਼ਾਰ ਰਹਿੰਦਾ ਹੈਗਾ। ਹੁਣ ਆਪਾਂ ਜਿਹੜਾ ਹੈ ਇਸ ਸੈਗਮੈਂਟ ਦੇ ਵਿੱਚ ਮੈਂ ਜਿਹੜੀ ਗੱਲ ਕਰਨ ਲੱਗਿਆ ਹੈਗਾ ਉਹ ਇਹ ਹੈਗੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬਾਰਸੀਲੋਨਾ ਸਪੇਨ ਦੇ ਵਿੱਚ ਜਿਹੜਾ ਹੈ ਉਹ ਇੱਕ IAGS ਹੈਗਾ, ਜਿਹੜਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਜੈਨੋਸਾਈਡ ਸਕਾਲਰਸ ਦੀ ਜਿਹੜੀ ਹੈਗੀ ਆ ਉਹ 18 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਇੱਕ ਉਹਨਾਂ ਦਾ ਜਿਹੜਾ ਹੈ ਵਰਚੁਅਲ ਜਿਹੜਾ ਹੈ ਉਹਨਾਂ ਦੀ ਕਾਨਫਰੰਸ ਹੋਈ। ਉਹ ਕਾਨਫਰੰਸ ਦੇ ਵਿੱਚ ਬੜਾ ਕੁਝ ਜਿਹੜਾ ਹੈ ਉਹ ਡਿਸਕਸ ਹੋਇਆ, ਬਹੁਤ ਕੁਝ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ। ਪੰਜਾਬ ਦੇ ਬਾਰੇ ਜਿਹੜੀ ਹੈ ਉਹ ਗੱਲਬਾਤ ਉਹਦੇ ਵਿੱਚ ਸਪੈਸ਼ਲ ਕੀਤੀ ਗਈ। ਵੈਸੇ ਮੈਂ ਇਸ ਦੇ ਉੱਤੇ ਇੱਕ ਖਾਸ ਪ੍ਰੋਗਰਾਮ ਕਿਸੇ ਦਿਨ ਜ਼ਰੂਰ ਕਰਾਂਗਾ, ਜਿਹੜਾ ਮੈਂ ਸਪੈਸ਼ਲ ਗੈਸਟ ਲੈ ਕੇ ਆਵਾਂਗਾ ਜਿਨ੍ਹਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਉਸ ਕਾਨਫਰੰਸ ਦੇ ਵਿੱਚ ਵਰਚੁਅਲ ਕਾਨਫਰੰਸ ਸੀਗੀ ਤਾਂ ਉਹਦੇ ਵਿੱਚ ਉਹਨਾਂ ਦੀ ਜਿਹੜੀ ਪਾਰਟਿਸਿਪੇਸ਼ਨ ਸੀ, ਫਿਰ ਆਪਾਂ ਉਹਨਾਂ ਕੋਲ ਡਿਟੇਲ ਦੇ ਵਿੱਚ ਜਿਹੜੀ ਗੱਲਬਾਤ ਆ ਉਹਨਾਂ ਕੋਲ ਉਹਦੇ ਵਿੱਚ ਸੁਣਾਂਗੇ। ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਉਹ ਇਹ ਹੈਗੀ ਆ ਕਿ ਉਹਦੇ ਵਿੱਚ ਜਦੋਂ ਜਿਹੜੇ ਆਈ ਵਿਟਨੈਸ ਜਿਹੜੇ ਲੋਕ ਸੀ ਜਿਨ੍ਹਾਂ ਨਾਲ ਹੋਇਆ ਬੀਤਿਆ, ਜਿਹੜੇ ਲੋਕਾਂ ਨੇ ਉਹ ਸਮਾਂ ਹੰਢਾਇਆ ਤੇ ਅੱਜ ਤੱਕ ਹੰਢਾ ਰਹੇ ਨੇ, ਉਹਨਾਂ ਲੋਕਾਂ ਦੀ ਜਿਹੜੀ ਸਾਰਾ ਕੁਝ ਵਿੱਚ ਉਹਨਾਂ ਦੀ ਸ਼ਮੂਲੀਅਤ ਜੋ ਉਹਨਾਂ ਦਾ ਸੀਗਾ ਸਾਰਾ ਕੁਝ ਦੱਸਿਆ ਗਿਆ ਕਿ ਕਿਵੇਂ ਹੋਇਆ ਸਾਰਾ ਕੁਝ ਉਹਦੇ ਤੇ। ਸੋ ਸਕਾਲਰਸ ਜਿਹੜੇ ਨੇ ਇਸ ਦੇ ਉੱਤੇ ਸਟੱਡੀ ਕਰਦੇ ਹੈਗੇ ਨੇ। ਜਦੋਂ ਮੈਂ ਭਾਰਤੀ ਕਾਨੂੰਨ ਦੀ ਗੱਲ ਕਰਦਾ ਪਿਆ ਤਾਂ ਇਹਦੇ ਵਿੱਚ ਇੱਕ ਅੱਜ ਮੈਂ ਇਸ ਕਰਕੇ ਜੈਨੋਸਾਈਡ ਦੀ ਗੱਲ ਨਾਲ ਇਹਦੇ ਵਿੱਚ ਕਰਦਾ ਪਿਆ ਕਿ ਪੰਜਾਬ ਨੂੰ ਡੀਲ ਕਿੱਦਾਂ ਏਜੰਸੀਆਂ ਨੇ ਪਿੱਛੇ ਕਿਵੇਂ ਡੀਲ ਕੀਤਾ ਹੈਗਾ ਤੇ ਹੁਣ ਤੱਕ ਉਹ ਕਿਵੇਂ ਡੀਲ ਕਰਦੀਆਂ ਪਈਆਂ ਨੇ। ਕਿਉਂਕਿ ਕਾਨੂੰਨ ਦੇ ਵਿੱਚ ਜੈਨੋਸਾਈਡ ਦੇ ਵਿੱਚ ਇੱਕ ਨਾਲ ਜਿਹੜੀ ਗੱਲ ਮੈਂ ਹੋਰ ਜੋੜਨਾ ਚਾਹਾਂਗਾ ਇੱਥੇ ਕਿ ਕੁਝ ਸੱਜਣ ਜਿਹੜੇ ਨੇ ਉਹਨਾਂ ਨੂੰ ਐਕਚੁਅਲੀ ਜੈਨੋਸਾਈਡ ਦੀ ਡੈਫੀਨੇਸ਼ਨ ਨਹੀਂ ਪਤਾ ਹੈਗਾ। ਉਹ ਕਿਤੇ ਨਾਰਮਲ ਕਿਤੇ ਕੋਈ ਕਰਪਸ਼ਨ ਹੁੰਦੀ ਆ ਜਾਂ ਹੋ ਰਿਹਾ ਧੱਕਾ ਨਾ, ਉਹਨੂੰ ਵੀ ਉਹ ਜੈਨੋਸਾਈਡ ਦਾ ਨਾਂ ਦੇਈ ਜਾਂਦੇ ਨੇ। ਇੱਥੇ ਵੀ ਬੈਠੇ ਲੋਕ ਜੈਨੋਸਾਈਡ ਦਾ ਨਾਂ ਦੇਈ ਜਾਂਦੇ ਨੇ। ਮੈਂ ਹੈਰਾਨ ਆ ਉਹਨਾਂ ਲੋਕਾਂ ਦੇ ਉੱਤੇ ਕਿ ਭਾਈ ਕਿਸੇ ਜਗ੍ਹਾ ਦੇ ਉੱਤੇ ਕੁਝ ਧੱਕਾ ਹੋ ਸਕਦਾ ਹੈਗਾ, ਕੋਈ ਜਿਹੜੀ ਆ ਕਰਪਸ਼ਨ ਹੋ ਸਕਦੀ ਹੈਗੀ ਆ, ਜਾਂ ਕਿਸੇ ਜਗ੍ਹਾ ਦੇ ਉੱਤੇ ਕੋਈ ਜਿਹੜੀ ਹੈ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਕੋਈ ਕਿਸੇ ਇੱਕ ਡਿਪਾਰਟਮੈਂਟ ਦੇ ਵਿੱਚ ਧੱਕਾ ਹੋ ਸਕਦਾ ਹੈਗਾ। ਪਰ ਤੁਸੀਂ ਜੈਨੋਸਾਈਡ ਦਾ ਨਾਂ ਕਿਵੇਂ ਦੇ ਰਹੇ ਹੋ ਉਸ ਨੂੰ? ਜੈਨੋਸਾਈਡ ਦਾ ਯਾਰ ਡੈਫੀਨੇਸ਼ਨ ਪੜ੍ਹੋ ਤੁਸੀਂ, ਇੰਟਰਨੈਸ਼ਨਲ ਲਾ ਦੇ ਵਿੱਚ UNO ਦੇ ਵਿੱਚ ਜਾ ਕੇ ਡੈਫੀਨੇਸ਼ਨ ਪੜ੍ਹੋ ਕਿ ਉਹ ਕੀ ਕਹਿੰਦਾ। ਕ੍ਰਾਈਮ ਆਫ ਕ੍ਰਾਈਮ ਯਾਨੀ ਕਿ ਬਦਲ ਕੇ ਜ਼ੁਲਮਾਂ ਦਾ ਵੀ ਜ਼ੁਲਮ ਜਿਹੜਾ ਹੁੰਦਾ ਉਹਨੂੰ ਉਹ ਕਹਿੰਦਾ। ਦੱਸੋ ਇੱਥੇ ਕਿੱਥੇ ਤੁਹਾਨੂੰ ਬਾਹਰ ਇਹੋ ਜਿਹਾ ਜ਼ੁਲਮਾਂ ਦਾ ਆਫ ਜ਼ੁਲਮ ਜਿਹੜਾ ਹੈਗਾ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ? ਕਿੱਥੇ ਤੁਸੀਂ ਜਿੱਥੇ ਤੁਸੀਂ ਖੁੱਲ੍ਹ ਕੇ ਬੋਲ ਰਹੇ ਹੋ ਇੱਥੇ ਤੁਹਾਨੂੰ ਤੁਸੀਂ ਜ਼ੁਲਮਾਂ ਦਾ ਜ਼ੁਲਮ ਕਹਿ ਰਹੇ ਹੈਗੇ ਵੀ ਜ਼ੁਲਮ ਬਹੁਤ ਯਾਨੀ ਕਿ ਹੋ ਰਿਹਾ ਹੈਗਾ, ਇਹਨੂੰ ਤੁਸੀਂ ਜ਼ੁਲਮ ਮੰਨਦੇ ਹੋ। ਤੇ ਫਿਰ ਜਿਹੜਾ ਉੱਥੇ ਮਾਸ ਕਿਲਿੰਗ ਜਿਹੜੀ ਆ ਵੱਡੇ ਲੈਵਲ ਦੇ ਉੱਤੇ ਆਪਾਂ ਇਹ ਕਹਿ ਲਈਏ ਕਿ 1984 ਤੋਂ ਲੈ ਕੇ 93 ਤੱਕ ਜਿਹੜੀ ਮਾਸ ਕਿਲਿੰਗ ਕੀਤੀ ਗਈ ਹੈਗੀ ਆ ਉਹਨੂੰ ਤੁਸੀਂ ਇਹਦੇ ਬਰਾਬਰ ਮਿਲਾ ਰਹੇ ਹੈਗੇ ਹੋ। ਤੁਸੀਂ ਤਾਂ ਜੈਨੋਸਾਈਡ ਦੀ ਡੈਫੀਨੇਸ਼ਨ ਹੀ ਚੇਂਜ ਕਰੀ ਜਾ ਰਹੇ ਹੋ। ਜੈਨੋਸਾਈਡ ਦਾ ਫਿਰ ਮਤਲਬ ਹੀ ਨਹੀਂ ਤੁਹਾਨੂੰ ਪਤਾ ਕਿ ਤੁਸੀਂ ਬੋਲ ਕੀ ਰਹੇ ਹੈਗੇ ਹੋ। ਕਿਉਂਕਿ ਬੋਲਣ ਤੋਂ ਪਹਿਲਾਂ ਸਾਨੂੰ ਸੋਚਣਾ ਤੇ ਚਾਹੀਦਾ ਕਿ ਅਸੀਂ ਵਾਕਿਆ ਹੀ ਉਸ ਚੀਜ਼ ਨਾਲ ਇਨਸਾਫ ਵੀ ਕਰ ਰਹੇ ਹੈਗੇ ਆ। ਸੋ ਜਿਸ ਜਗ੍ਹਾ ਦੇ ਉੱਤੇ ਇਹ ਜੈਨੋਸਾਈਡ ਦਾ ਵਰਡ ਘੜਿਆ ਗਿਆ ਸੋ ਉਹਨਾਂ ਨੇ ਇੱਕ ਡੈਫੀਨੇਸ਼ਨ ਦਿੱਤੀ ਹੈਗੀ ਆ। ਸੋ ਜਿਹੜਾ ਜ਼ੁਲਮ ਸਤੰਭ ਜਿਹੜਾ ਕੀਤਾ ਭਾਰਤੀ ਸਿਸਟਮ ਨੇ ਤੇ ਏਜੰਸੀਆਂ ਨੇ ਹੁਣ ਤੱਕ ਕਰਵਾਇਆ, ਤੇ ਜਿਹੜਾ ਮੈਂ ਸਮੇਂ ਦਾ ਤੁਹਾਨੂੰ ਇੱਕ ਦੱਸ ਰਿਹਾ ਕਿ 1984 ਤੋਂ ਤਕਰੀਬਨ ਜੂਨ 1984 ਤੋਂ, ਵੈਸੇ ਤਾਂ 82 ਤੋਂ ਹੀ ਇਹ ਜਿਹੜਾ ਜ਼ੁਲਮਾਂ ਦਾ ਸਿਲਸਿਲਾ ਸੀ ਨਾ ਬੜੇ ਵੱਡੇ ਲੈਵਲ ਤੇ ਸ਼ੁਰੂ ਹੋ ਗਿਆ ਸੀਗਾ। ਬਹੁਤ ਲੋਕਾਂ ਨੇ ਜ਼ੁਲਮ ਉਸ ਟਾਈਮ ਦੇ ਉੱਤੇ ਸਹੇ ਕਿ ਉਹ ਅਣਮਨੁੱਖੀ ਤਸ਼ੱਦਦ ਨਹੀਂ ਸੀ ਜਿਨ੍ਹਾਂ ਦੇ ਪੱਟ ਚੀਰ ਕੇ ਲੂਣ ਪਾ ਦਿੱਤਾ ਗਿਆ।
ਜਿਨ੍ਹਾਂ ਨਾਲ ਬਲਾਤਕਾਰ ਕਰਕੇ ਤੇ ਬਹੁਤ ਕੁਝ ਥਾਣਿਆਂ ਦੇ ਵਿੱਚ ਕੀਤਾ ਗਿਆ, ਤੇ ਜਿਹੜੇ ਕਰਨ ਵਾਲੇ ਸੀ ਉਹ ਵੀ ਸਾਡੇ ਵਰਗੇ ਉੱਥੇ ਜਿਹੜੇ ਲੋਕ ਸੀਗੇ ਉਹ ਦਿਖਦੇ ਸੀ, ਦਸਤਾਰਾਂ ਉਹਨਾਂ ਨੇ ਸਜਾਈਆਂ ਹੋਈਆਂ ਸੀ ਤੇ ਉਹ ਦਿਖਦੇ ਸੀਗੇ ਉਹਨਾਂ ਦੇ ਵਿੱਚ। ਕਿੰਨਾ ਉਹ ਜਿਹੜਾ ਹੈ ਉਹ ਜ਼ੁਲਮ ਕੀਤਾ ਗਿਆ, ਤੇ ਉਹ ਜ਼ੁਲਮ ਦੇ ਵਿੱਚ ਭਾਗੀਦਾਰ ਹਰ ਉਹ ਬੰਦਾ ਸੀਗਾ, ਹਰ ਉਹ ਫੋਰਸ ਉਹਨਾਂ ਨੇ ਯੂਜ਼ ਕੀਤੀ ਜਿਹਦੇ ਵਿੱਚ ਕਿ ਕੋਈ ਵੀ ਫੋਰਸ ਨੂੰ ਤੁਸੀਂ ਕਰ ਹੀ ਨਹੀਂ ਸਕਦੇ, ਮਨਾ ਹੀ ਨਹੀਂ ਕਰ ਸਕਦੇ ਹੈਗੇ। ਉਹਦੇ 'ਚ ਪੰਜਾਬ ਪੁਲਿਸ ਲਾ ਲਓ, ਉਹਦੇ ਵਿੱਚ ਤੁਸੀਂ CRP BSF ਲਾ ਲਓ ਤੁਸੀਂ, ਉਸ ਤੋਂ ਇਲਾਵਾ ਈਵਨ ਦਨ ਕਿ ਜਿਹੜੀ ਇੰਡੀਅਨ ਜਿਹੜੀ ਆਰਮੀ ਆ ਉਹਨਾਂ ਨੇ ਵੀ ਇਹੀ ਕੁਛ ਕੀਤਾ, ਉਹਨਾਂ ਨੇ ਵੀ ਇਹੀ ਕੁਛ ਕੀਤਾ। ਸੋ ਜਿਹੜਾ ਉਹ ਜ਼ੁਲਮ ਕੀਤਾ ਗਿਆ, ਉਸ ਜ਼ੁਲਮ ਦੀ ਜਿਹੜੀ ਗਾਥਾ ਹੈਗੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਉਸ ਵਰਚੁਅਲ ਜਿਹੜੀ ਕਾਨਫਰੰਸ ਸੀਗੀ ਉਹਦੇ ਵਿੱਚ ਵਿਚਾਰੀ ਗਈ, ਬੜੀ ਸੋਹਣੇ ਤਰੀਕੇ ਦੇ ਨਾਲ ਦੱਸਿਆ ਗਿਆ। ਜਦੋਂ ਉਹ ਚੀਜ਼ ਦੀ ਜਿਹੜੀ ਆ ਸਟੱਡੀ ਜਿਹੜੀ ਆ ਉਹ ਅੱਗੇ ਜਾ ਕੇ ਸਕਾਲਰਸ ਕਰਨਗੇ, ਦੇਖਣਗੇ, ਤੇ ਇੱਕ ਚੀਜ਼ ਸਾਡੇ ਸਾਹਮਣੇ ਜਿਹੜੀ ਆ ਉਹ ਪੈਦਾ ਹੋ ਜਾਏਗੀ, ਇੱਕ ਚੀਜ਼ ਸਾਨੂੰ ਸੋਚਣ ਤੇ ਮਜਬੂਰ ਹੋਏਗੀ ਕਿ ਜੈਨੋਸਾਈਡ ਕਰਦੇ ਕਿਉਂ ਨੇ, ਹੁੰਦਾ ਕਿਉਂ ਆ, ਕਾਰਨ ਕੀ ਆ ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਜਿਹੜੀ ਆ ਉਹ ਕੀ ਹੈਗੀ ਆ। ਕਿਉਂਕਿ ਜਦੋਂ ਤੁਸੀਂ ਹਿਟਲਰ ਨੂੰ ਜਾ ਕੇ ਦੇਖਦੇ ਹੋ ਤੇ ਮਨਸ਼ਾ ਜਿਹੜੀ ਉਹ ਬੜੀ ਕਲੀਅਰ ਕੱਟ ਆ, ਤੇ ਇੱਥੇ ਵੀ ਇਹ ਕੁਛ ਜਿਹੜਾ ਹੈ ਉਹ ਜਿਹੜਾ ਸਾਰਾ ਕੁਛ ਉਸ ਤਰ੍ਹਾਂ ਦੇ ਨਾਲ ਹੀ ਵਾਪਰਿਆ। ਬਹੁਤ ਜ਼ਿਆਦਾ ਜ਼ੁਲਮ ਜਿਹੜਾ ਹੈ ਉਹਨੂੰ ਤੁਸੀਂ ਕੋਈ ਸਧਾਰਨ ਜ਼ੁਲਮ ਥੋੜੀ ਜਿਹੜਾ ਹੈ ਉਹ ਕਹੋਗੇ, ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਕੀਤਾ ਗਿਆ। ਤੇ ਹੁਣ ਤੱਕ ਜਿਹੜੇ ਲੋਕ ਨੇ ਉਹ ਰੋਲਦੇ ਫਿਰਦੇ ਆ ਰਹੇ ਨੇ ਕਿ ਉੱਥੇ ਸਾਨੂੰ ਕਿਸੇ ਤਰੀਕੇ ਦੇ ਨਾਲ ਅਦਾਲਤਾਂ ਦੇ ਵਿੱਚ ਕੋਈ ਮਾੜਾ ਮੋਟਾ ਇਨਸਾਫ ਜਿਹੜਾ ਸਾਨੂੰ ਮਿਲ ਜਾਵੇ। ਪਰ ਮਿਲੇਗਾ ਕਿਵੇਂ? ਜਿੱਥੇ ਏਜੰਸੀਆਂ ਖੇਡਦੀਆਂ ਨੇ ਉੱਥੇ ਉਹ ਨਾਮੋ ਨਿਸ਼ਾਨ ਵੀ ਆਪਣਾ ਜਿਹੜਾ ਹੈ ਉਹ ਮਿਟਾਉਂਦੀਆਂ ਨੇ, ਤੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੁੰਦਾ ਉਹਨਾਂ ਨੂੰ ਹੀ ਦੋਸ਼ੀ ਠਹਿਰਾਉਣ ਦੀ ਜਿਹੜੀ ਉਹ ਗੱਲਬਾਤ ਕਰਦੇ ਨੇ। ਫਾਰ ਐਗਜ਼ਾਮਪਲ ਤੁਸੀਂ ਲਾ ਲਓ, ਤੁਹਾਨੂੰ ਬੜੇ ਸਿੱਖ ਇਹੋ ਜਿਹੇ ਦਿਖਣਗੇ, ਬੜੇ ਮਿਲਟਰੀ ਦੇ ਆਫੀਸਰ ਤੁਹਾਨੂੰ ਉਹ ਦਿਖਣਗੇ ਕਿ ਜੇ ਉਹ ਗੱਲ ਕਰਨਗੇ, ਜੇ ਜੂਨ 1984 ਦੀ ਗੱਲ ਕਰਨਗੇ ਤਾਂ ਉਹ ਕਹਿਣਗੇ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀਗੇ ਉਹ ਅਕਾਲ ਤਖਤ ਤੇ ਗਏ ਕਿਉਂ ਜੀ, ਉਹ ਅਕਾਲ ਤਖਤ ਦੇ ਉੱਤੇ ਉਹਨਾਂ ਦਾ ਜਾਣਾ ਹੀ ਬਣਦਾ ਨਹੀਂ ਸੀ। ਕਿਤੇ ਬੜੇ ਬੀਬੀਆਂ ਦਾੜੀਆਂ ਵਾਲੇ 9-9 ਮੀਟਰ ਦੀਆਂ ਪੱਗਾਂ ਵਾਲੇ ਵੀ ਲੋਕਾਂ ਨੂੰ ਮੈਂ ਇਹੋ ਜਿਹੀਆਂ ਗੱਲਾਂ ਕਰਦੇ ਦੇਖਿਆ, ਜਾਂ ਆਮ ਜਿਹੜੇ ਬਹੁਤੇ ਜ਼ਿਆਦਾ ਆਪਣੇ ਆਪ ਨੂੰ ਇੱਕ ਐਲੀਟ ਕਲਾਸ, ਇੱਕ ਜਿਹੜੀ ਹੈ ਪੜ੍ਹੀ ਲਿਖੀ ਕਲਾਸ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਸਮਝਦੇ ਨੇ। ਮੈਂ ਤਾਂ ਵੈਸੇ ਉਹਨਾਂ ਨੂੰ ਅਨਪੜ੍ਹ ਸਮਝਦਾ। ਉਹ ਲੋਕਾਂ ਨੂੰ ਤੁਸੀਂ ਧਿਆਨ ਦੇ ਨਾਲ ਉਹਨਾਂ ਦੀ ਵਰਡਿੰਗ ਸੁਣੋ, ਜਾਂ ਜਿਹੜੇ ਲੋਕਾਂ ਨੇ ਸਿਰਫ ਇੱਕ ਰਾਸ਼ਟਰਵਾਦ ਦਾ ਜਿਹੜਾ ਹੈ ਸੀਗਾ ਮੁੱਖ ਰੱਖ ਕੇ, ਤੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਅਸੀਂ ਆਪਣੇ ਹੀ ਭੈਣ ਭਰਾਵਾਂ ਦੇ ਨਾਲ ਇਹ ਜਾਤੀ ਜਿਹੜੀ ਆ ਉਹ ਕਰ ਰਹੇ ਹੈਗੇ ਆ, ਆਪਣੇ ਧਰਮ ਦੇ ਨਾਲ ਹੀ ਧਰੋ ਜਿਹੜਾ ਉਹ ਕਮਾ ਰਹੇ ਹੈਗੇ ਆ, ਤੇ ਸਾਡੇ ਉੱਤੇ ਕਰਾ ਕੌਣ ਰਿਹਾ ਹੈਗਾ? ਸਾਡੇ ਉੱਤੇ ਸਟੇਟ ਤੇ ਸਟੇਟ ਦੀਆਂ ਏਜੰਸੀਆਂ ਰਲ ਕੇ ਜਿਹੜੀਆਂ ਨੇ ਉਹ ਕਰਵਾ ਰਹੀਆਂ ਹੈਗੀਆਂ ਨੇ। ਸੋ ਕਈ ਵਾਰੀ ਗੱਲ ਕੀਤੀ ਜਾਂਦੀ ਹੈ ਜੀ ਉਹ ਤਾਂ ਇੰਦਰਾ ਗਾਂਧੀ ਤਾਂ ਇਹ ਚੀਜ਼ ਚਾਹੁੰਦੀ ਨਹੀਂ ਸੀਗੀ, ਪਰ ਲੇਕਿਨ ਜਿਹੜਾ ਹੈ ਉਹ ਏਜੰਸੀਆਂ ਜਿਹੜੇ ਸਾਡੇ ਗਦਾਰਾਂ ਨੇ ਉਹ ਤਾਂ ਉਹਨਾਂ ਦੀ ਇਨਵੋਲਵਮੈਂਟ ਸੀਗੀ। ਉਹ ਜਿਹੜੇ ਗਦਾਰ ਸੀ ਉਹ ਕੌਣ ਸੀਗੇ? ਉਹ ਵੀ ਤਾਂ ਗਦਾਰ ਏਜੰਸੀਆਂ ਦੇ ਬੰਦੇ ਹੀ ਸੀਗੇ, ਤੇ ਅੱਜ ਤੱਕ ਤੁਰੇ ਫਿਰਦੇ ਨੇ ਕਈ ਜਿਹੜੇ ਨੇ। ਉਹਦੇ ਵਿੱਚ ਦੇਖੋ ਤੁਸੀਂ ਆ ਪ੍ਰਕਾਸ਼ ਬਾਦਲ ਨੂੰ ਲਾ ਲਓ, ਤੁਸੀਂ 5 ਵਾਰ ਮੁੱਖ ਮੰਤਰੀ, ਕਿਤੇ ਐਵੇਂ ਬਣ ਗਿਆ। ਅੱਜ ਤੱਕ ਉਹਦਾ ਜਿਹੜਾ ਹੈ ਉਹ ਇੱਕ ਕਿਸਮ ਦਾ ਉਹਨੇ ਇੰਨੀ ਜਾਇਦਾਦ ਇਕੱਠੀ ਕਰ ਲਈ, ਤੇ ਉਹਦਾ ਇੱਕ ਵੀ ਤੁਸੀਂ ਵਾਲ ਵਿੰਗਾ ਨਹੀਂ ਕਰ ਸਕਦੇ ਹੈਗੇ ਹੁਣ ਤੱਕ ਉਹ ਆਪਣੀ ਐਸ਼ੋ ਆਰਾਮ ਦੇ ਵਿੱਚ ਜਿਹੜੇ ਨੇ ਉਹ ਲੋਕ ਬੈਠੇ ਹੋਏ ਨੇ, ਤੇ ਉਹ ਇਹਨਾਂ ਦੀ ਭਾਰਤੀ ਸਟੇਟ ਏਜੰਸੀਆਂ ਦੇ ਹੀ ਬੰਦੇ ਨੇ। ਇਹਨਾਂ ਨੂੰ ਤੁਸੀਂ ਵੱਖ ਕਰਕੇ ਕਿਵੇਂ ਵੇਖ ਸਕਦੇ ਹੈਗੇ ਹੋ? ਇਹ ਏਜੰਸੀਆਂ ਤੈਅ ਕਰਦੀਆਂ ਨੇ ਕਿ ਅਗਲਾ ਚੀਫ ਮਿਨਿਸਟਰ ਜਿਹੜਾ ਹੈ ਉਹ ਸਟੇਟ ਦਾ ਕੌਣ ਹੋਣ ਵਾਲਾ ਹੈਗਾ। ਤੁਸੀਂ ਬਾਂਹ ਖੜੀ ਕਰਕੇ ਕੋਈ ਬੰਦਾ ਇਹ ਕਹਿ ਕੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਕੋਈ ਬੰਦਾ ਖੜਾ ਕਰਕੇ ਦੇਖੋ, ਜੇ ਉਹਨੂੰ ਜ਼ੀਰੋ ਨਾ ਕਰ ਦੇਣਗੇ ਉਹ, ਤੇ ਬਿਲਕੁਲ ਜੇ ਉਹ ਮਤਲਬ ਕਿ ਉਸ ਸਿਸਟਮ 'ਚ ਚਲੋ ਰਹਿ ਕੇ ਵੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰੇ, ਤੇ ਉਹਨੂੰ ਤੁਸੀਂ ਸੋਚਦੇ ਹੋ ਕਿ ਉਹੋ ਜਿਹੇ ਬੰਦਿਆਂ ਨੂੰ ਜਿਹੜਾ ਹੈ ਉਹ ਅੱਗੇ ਆਉਣ ਦਿੱਤਾ ਜਾਏਗਾ? ਕਿਸੇ ਤਰੀਕੇ ਦੇ ਨਾਲ ਆਉਣ ਨਹੀਂ ਦਿੱਤਾ ਜਾਏਗਾ। ਉਹਨਾਂ ਨੂੰ ਉਹ ਬੰਦਾ ਚਾਹੀਦਾ ਜਿਹੜਾ ਉਹਨਾਂ ਦਾ ਬੰਦਾ ਹੋਵੇ, ਜਿਹੜਾ ਉਹਨਾਂ ਨੂੰ ਸੂਟ ਕਰ ਸਕਦਾ ਹੋਵੇ, ਜਿਹੜਾ ਉਸ ਖਿੱਤੇ ਦਾ ਮਲੀਆ ਮੇਟ ਕਰਨਾ ਚਾਹੁੰਦਾ ਹੋਵੇ। ਉਹਨੂੰ ਉਹ ਜਿਹੜਾ ਹੈ ਉਹ ਅੱਗੇ ਲੈ ਕੇ ਆਉਂਦੇ ਨੇ। ਉਹਦੇ ਵਿੱਚ ਇਹ ਚੀਜ਼ਾਂ ਪਾਰਟੀਆਂ ਵੀ ਉਹਦੇ ਵਿੱਚ ਮੈਟਰ ਨਹੀਂ ਕਰਦੀਆਂ ਹੈਗੀਆਂ।
ਉਹਦੇ ਵਾਸਤੇ ਅਮਰਿੰਦਰ ਵੀ ਉਹੋ ਜਿਹਾ ਹੀ ਆ, ਉਹਦੇ ਵਾਸਤੇ ਬਾਦਲ ਵੀ ਉਹੋ ਜਿਹਾ ਹੀ ਆ, ਪਿੱਛੇ ਬੇਅੰਤਾ ਬੁੱਚੜ ਵੀ ਉਹੋ ਜਿਹਾ ਹੀ ਸੀਗਾ, ਬਰਨਾਲਾ ਵੀ ਉਹੋ ਜਿਹਾ ਹੀ ਸੀਗਾ, ਤੇ ਉਹਦੇ ਪਿੱਛੇ ਦਰਬਾਰਾ ਵੀ ਉਹੋ ਜਿਹਾ ਹੀ ਸੀਗਾ। ਜਿੰਨੇ ਹੁਣ ਤੱਕ ਆਏ, ਹੁਣ ਤੱਕ ਤੁਸੀਂ ਲਾਈਨ ਬੰਨ੍ਹ ਕੇ ਦੇਖ ਲਓ ਇਹਨਾਂ ਦੀ, ਤੁਹਾਨੂੰ ਇਹਦੇ ਚੋਂ ਕੋਈ ਜੇ ਲੱਭਦਾ ਤੇ ਫਿਰ ਤੇ ਆਪਾਂ ਗੱਲ ਜਿਹੜੀ ਹੈ ਇਸ ਦੇ ਉੱਤੇ ਉਹ ਕਰ ਸਕਦੇ ਹੈਗੇ ਆ। ਸੋ ਗੱਲ ਆਪਾਂ ਕਰੀਏ ਕਿ ਜੈਨੋਸਾਈਡ ਕਰਦੇ ਕਿਉਂ ਨੇ, ਕਿਉਂ ਇਹ ਚੀਜ਼ ਜਿਹੜੀ ਆ ਹੁੰਦੀ ਆ, ਕਿਉਂ ਵਾਪਰਦੀ ਆ। ਬੜੇ ਬੜੇ ਰਿਸਰਚ ਸਕਾਲਰ ਇਸ ਦੇ ਉੱਤੇ ਜਿਹੜੀ ਆ ਉਹ ਰਿਸਰਚ ਕਰਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਕਿਉਂਕਿ ਅਸਲੀ ਜਿਹੜਾ ਹੈ ਸਿੱਟੇ ਤੱਕ ਪਹੁੰਚਿਆ ਜਾਂਦਾ ਕਿ ਹੁੰਦੀ ਕਿਉਂ ਆ ਐਡੇ ਲੈਵਲ ਦੇ ਉੱਤੇ। ਬੜੀ ਸਪਸ਼ਟ ਜੀ ਗੱਲ ਆ ਕਿ ਜਿਹੜੀ ਕੌਮ, ਜਿਹੜਾ ਖਿੱਤਾ ਜਿਹੜਾ ਹੈਗਾ ਉਹ ਆਪਣੇ ਗੁਣਾਂ ਕਰਕੇ ਤੇ ਆਪਣੇ ਜਿਹੜੇ ਉਹਦੇ ਨੈਚੁਰਲ ਰਿਸੋਰਸਸ ਹੁੰਦੇ ਨੇ, ਜਿਹੜੇ ਉਹਦੇ ਖਣਿਜ ਪਦਾਰਥ ਹੁੰਦੇ ਨੇ, ਜਿਹੜੀ ਉਹਦੀ ਇਕਨੋਮੀ ਹੁੰਦੀ ਹੈਗੀ ਆ, ਉਹ ਸਾਰੀਆਂ ਚੀਜ਼ਾਂ ਨੂੰ ਉਹ ਮਲੀਆਮੇਟ ਜਿਹੜਾ ਹੈ ਉਹ ਕਰਨਾ ਚਾਹੁੰਦੇ ਹੁੰਦੇ ਆ। ਤੇ ਉਹਦੇ ਵਿੱਚ ਉਹ ਤਾਂ ਸੀਗਾ ਸਾਡਾ ਸਾਰਾ ਕੁਝ ਇਕਨੋਮਿਕਲੀ ਜਿਹੜਾ ਹੈ, ਜਿਹੜਾ ਪੰਜਾਬ ਨੇ 98% ਜਿਹੜਾ ਭਾਰਤ ਦਾ ਢਿੱਡ ਭਰਿਆ, ਉਹ ਤੇ ਉਹਨਾਂ ਦੀ ਨਜ਼ਰ ਹੈਗੀ ਆ, ਉਹਦੇ ਵਿੱਚ ਤੇ ਕੋਈ ਜਿਹੜਾ ਹੈ ਉਹ ਕਲੀਅਰ ਕੱਟ ਆ। ਇਕਨੋਮਿਕਸ ਦੇ ਬੰਦੇ ਬੜੇ ਸੌਖੇ ਤਰੀਕੇ ਦੇ ਨਾਲ ਉਹ ਦੱਸ ਦਿੰਦੇ ਨੇ, ਤੇ ਏਜੰਸੀਆਂ ਇਕਨੋਮਿਕਲੀ ਜਿਹੜੇ ਉਹ ਲੋਕ ਨੇ ਉਹਨਾਂ ਦੀ ਕਿਸੇ ਗੱਲ ਆਉਣ ਹੀ ਨਹੀਂ ਦਿੰਦੇ ਹੈਗੇ। ਉਹ ਸਾਰਾ ਕੁਝ ਉਸ ਤਰੀਕੇ ਦੇ ਨਾਲ ਉਹ ਕਰਵਾਉਂਦੇ ਨੇ ਕਿ ਇੱਥੇ ਕਿਹੜੀ ਡਿਸਟਰਬੈਂਸ ਅਸੀਂ ਇੱਥੇ ਪੈਦਾ ਕਰ ਸਕਦੇ ਹਾਂ ਕਿ ਖਿੱਤੇ ਦੇ ਵਿੱਚ ਹਮੇਸ਼ਾ ਇੱਕ ਖਲਬਲੀ ਮੱਚੀ ਰਵੇ, ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਸਕੂਨ ਅਸੀਂ ਲੈਣ ਹੀ ਨਹੀਂ ਦੇਣਾ ਬਿਲਕੁਲ ਵੀ। ਤੇ ਦੂਸਰੀ ਸਾਈਡ ਦੇ ਉੱਤੇ ਜਿਹੜੀ ਖਾਸ ਜਿਹੜੀ ਉੱਥੇ ਮਿਨੋਰਟੀ ਵੀ ਹੋਵੇ ਤੇ ਖਾਸ ਤੌਰ ਦੇ ਉੱਤੇ ਸਿੱਖ ਕੌਮ ਹੋਵੇ, ਉਹਨੂੰ ਉਹਦਾ ਉਹ ਮਲੀਆਮੇਟ ਕਰਨ ਦੇ ਜਿਹੜੇ ਉਹ ਹੈਗੇ ਨੇ ਕਿ ਇਹਨਾਂ ਨੂੰ ਧਾਰਮਿਕ ਪੱਖ ਤੋਂ ਵੀ ਤੋੜ ਦਿੱਤਾ ਜਾਵੇ, ਧਾਰਮਿਕ ਪੱਖ ਤੋਂ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਇਹਨਾਂ ਨੂੰ ਇਕਨੋਮਿਕਲੀ ਖਤਮ ਕਰ ਦਿੱਤਾ ਜਾਵੇ, ਇਹਨਾਂ ਨੂੰ ਹਿਸਟੋਰੀਕਲੀ ਖਤਮ ਕਰ ਦਿੱਤਾ ਜਾਵੇ, ਇਹਨਾਂ ਨੂੰ ਫਿਜ਼ੀਕਲੀ ਤੇ ਖਤਮ ਕਰ ਹੀ ਦਿੱਤਾ ਜਾਵੇ ਬਿਲਕੁਲ, ਕਿ ਫਿਜ਼ੀਕਲ ਤੌਰ ਦੇ ਉੱਤੇ ਐਗਜ਼ਿਸਟ ਹੀ ਨਾ ਕਰਨ ਕਿਤੇ ਵੀ। ਸੋ ਇਹਦਾ ਕਾਰਨ ਕੀ ਆ? ਕਾਰਨ ਇਹ ਕਿ ਉਹ ਹਮੇਸ਼ਾ ਹੀ ਤੁਹਾਡੇ ਗੁਣਾਂ ਤੋਂ ਉਹਨਾਂ ਨੂੰ ਡਰ ਲੱਗਦਾ। ਔਗਣ ਵਾਲੇ ਬੰਦੇ ਨੂੰ ਕਦੀ ਵੀ ਜਿਹੜਾ ਹੈ ਉਹ ਕੋਈ ਡਰ ਨਹੀਂ ਹੁੰਦਾ ਹੈਗਾ। ਕਦੀ ਔਗਣ ਵਾਲੇ ਬੰਦੇ ਨੂੰ ਡਰ ਹੁੰਦਾ? ਕਦੀ ਵੀ ਨਹੀਂ ਹੁੰਦਾ। ਗੁਣਾਂ ਵਾਲੇ ਬੰਦੇ ਨੂੰ ਗੁਣਾ ਕਰਕੇ, ਗੁਣ ਕੀ ਨੇ ਕਿ ਤੁਸੀਂ ਸਰਬੱਤ ਦਾ ਭਲਾ ਚਾਹੁੰਦੇ ਹੋ ਤੇ ਉਹ ਸਿਰਫ ਆਪਣਾ ਭਲਾ ਚਾਹੁੰਦੇ ਹੈਗੇ ਆ। ਤੁਸੀਂ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਨੇ ਤੇ ਉਹ ਹਿਊਮਨ ਰਾਈਟਸ ਦੇ ਬਿਲਕੁਲ ਅਗੇਂਸਟ ਨੇ। ਉਹ ਚਾਹੁੰਦੇ ਨੇ ਕਿ ਅਸੀਂ ਇੱਕ ਸਟੇਟ ਦੇ ਵਿੱਚ ਇੱਕ ਹੀ ਪਾਵਰ ਜਿਹੜੀ ਆ ਉਹ ਯੂਜ਼ ਕੀਤੀ ਜਾਵੇ। ਤੁਸੀਂ ਪਾਵਰ ਨੂੰ ਡਿਵਾਈਡ ਕਰਨਾ ਚਾਹੁੰਦੇ ਹੋ। ਤੁਸੀਂ ਜਿਹੜੀ ਉਹ ਗੱਲ ਕਰਦੇ ਹੋ ਕਿ ਪਾਵਰ ਜਿਹੜੀ ਆ ਉਹ ਡਿਵਾਈਡ ਹੋਣੀ ਚਾਹੀਦੀ ਹੈਗੀ ਆ, ਇਕੁਅਲ ਰਾਈਟਸ ਹੋਣੇ ਚਾਹੀਦੇ ਨੇ। ਉਹ ਕਹਿੰਦੇ ਰਾਈਟਸ ਨੂੰ ਛੱਡੋ, ਤਾਕਤ ਜਿਹੜੀ ਆ ਉਹ ਸਾਡੇ ਹੱਥ 'ਚ ਹੋਣੀ ਚਾਹੀਦੀ ਆ। ਅਸੀਂ ਜਿਹਨੂੰ ਮਰਜ਼ੀ ਕੁੱਟ ਲਈਏ, ਜਿਹਨੂੰ ਮਰਜ਼ੀ ਮਾਰ ਲਈਏ, ਜਿਹਦੇ ਨਾਲ ਮਰਜ਼ੀ ਜੋ ਅਸੀਂ ਉਹ ਕਰ ਲਈਏ। ਸੋ ਇਹ ਸਾਰਾ ਕੁਛ ਜੋ ਕੁਛ ਵੀ ਜਿਹੜਾ ਹੈ ਉਹ ਪੇਸ਼ ਕੀਤਾ ਜਾਂਦਾ ਤੇ ਅਸੀਂ ਸੋਚਦੇ ਵੀ ਹਾਂ, ਜੇ ਕਿਸੇ 1% ਬੰਦੇ ਸੋਚਦੇ ਵੀ ਨੇ ਕਿ ਭਾਈ 13 ਬੰਦੇ ਇਹੋ ਜਿਹੇ ਪੈਦਾ ਕਰਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤੇ ਜਾਣ ਜਿਹੜੇ ਜਾ ਕੇ ਸਾਡੀ ਨੁਮਾਇੰਦਗੀ ਤੇ ਸਾਡੀ ਗੱਲਬਾਤ ਕਰਨ ਤੇ ਉਹ ਸਿਰਫ ਉੱਥੇ ਬਾਹਾਂ ਬੂਹਾਂ ਹੀ ਮਾਰ ਸਕਦੇ ਨੇ। ਅਸਲੀ ਖੇਡ ਜਿਹੜੀ ਆ ਉਹਨਾਂ ਕੋਲ ਨਾ ਖੇਡੀ ਗਈ, ਨਾ ਆਉਣ ਵਾਲੇ ਸਮੇਂ ਦੇ ਵਿੱਚ ਖੇਡੀ ਕਦੀ ਜਾ ਸਕਦੀ ਆ। ਚਾਹੇ ਬਿਲਕੁਲ ਤੁਸੀਂ ਨਰੋਲ ਜਿਹੜੇ ਬੰਦੇ ਗੱਲ ਕਰਦੇ ਨੇ ਕਿ ਇਮਾਨਦਾਰ ਫਲਾਣਾ ਆ ਸਟਿੱਕਰ ਲਾ ਕੇ ਭੇਜ ਦਿਓ ਉਹਨਾਂ ਦੇ ਉੱਤੇ, ਉਹਨਾਂ ਦੇ ਕੋਲ ਕੋਈ ਇੱਕ ਧੇਲੇ ਦੀ ਪਾਵਰ ਉਹਨਾਂ ਕੋਲ ਨਹੀਂ ਹੋ ਸਕਦੀ ਹੈਗੀ। ਇਹ ਹੈ ਅਸਲੀ ਏਜੰਸੀਆਂ ਦੀ ਖੇਡ, ਜਿਹਨੂੰ ਸਾਨੂੰ ਸਮਝਣ ਦੀ ਜਿਹੜੀ ਆ ਉਹ ਲੋੜ ਹੈਗੀ ਆ। ਵਕਫਾ ਇੱਕ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਆਪਾਂ ਦੁਬਾਰਾ ਵਾਪਸ ਆਉਂਦੇ ਹਾਂ ਤੇ ਅੱਗੇ ਪ੍ਰੋਗਰਾਮ ਨੂੰ ਜਿਹੜਾ ਹੈ ਅਖੀਰਲੇ ਪਲਾਂ ਦੇ ਵਿੱਚ ਜਿਹੜੀ ਬਾਕੀ ਰਹਿੰਦੀ ਗੱਲਬਾਤ ਆ ਉਹ ਕਰਦੇ ਹਾਂ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਦਰਸ਼ਕੋ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖੁੱਲਾ ਸੱਤਾ। ਉਮੀਦ ਕਰਦਾ ਕਿ ਅੱਜ ਵਾਲਾ ਪ੍ਰੋਗਰਾਮ ਵੀ ਤੁਹਾਨੂੰ ਜਿਹੜਾ ਹੈ ਉਹ ਪਸੰਦ ਆ ਰਿਹਾ ਹੋਵੇਗਾ। ਫੀਡਬੈਕ ਜ਼ਰੂਰ ਪਹੁੰਚਦੀ ਕਰਿਓ। ਸੋ ਆਓ ਆਪਾਂ ਅੱਗੇ ਗੱਲਬਾਤ ਕਰਦੇ ਹੈਗੇ ਆ, ਕਿਉਂਕਿ ਸਮਾਂ ਜਿਹੜਾ ਹੈ ਥੋੜਾ ਹੁੰਦਾ ਲਾਸਟ ਵਾਲੇ ਸੈਗਮੈਂਟ ਦੇ ਵਿੱਚ, ਤੇ ਮੈਂ ਕੋਸ਼ਿਸ਼ ਕਰਦਾ ਕਿ ਆਪਣੀ ਗੱਲਬਾਤ ਨੂੰ ਜਿਹੜਾ ਹੈ ਉਹ ਪੂਰਾ ਜਿਹੜਾ ਹੈ ਉਹ ਕਰਦੇ ਆ। ਸੋ ਇਹ ਸਾਰੀ ਜਿਹੜੀ ਖੇਡੀ ਜਾਂਦੀ ਰਹੀ ਆ ਪਿਛਲੇ ਸਮੇਂ ਦੇ ਵਿੱਚ, ਇਸ ਤੋਂ ਅਸੀਂ ਜਿਹੜਾ ਹੈ ਉਹ ਆਪਣੇ ਤਰੀਕੇ ਦੇ ਨਾਲ ਆਪੋ ਆਪਣੀ ਸੋਚ ਸਮਝ ਮੁਤਾਬਕ ਇਸ ਪਰਦੇ ਨੂੰ ਜਿਹੜਾ ਹੈ ਹੁਣ ਚੁੱਕੀਏ। ਹੁਣ ਆਪਾਂ ਇਹਨਾਂ ਦੇ ਚੱਕਰਾਂ ਦੇ ਵਿੱਚ ਨਿਕਲ ਕੇ ਤੇ ਆਪਣੀ ਮੰਜ਼ਿਲ ਵੱਲ ਜਿਹੜਾ ਹੈ ਉਹ ਰਾਹ ਫੜੀਏ। ਨਹੀਂ ਤਾਂ ਫਿਰ ਇਹ ਦਿਨ ਬ ਦਿਨ ਜੇ ਇਹ ਲੁੱਟਦੇ ਚਲੇ ਲੁਟੇਰੇ ਆ ਰਹੇ ਨੇ ਤੇ ਹੋਰ ਲੁੱਟਣਗੇ ਤਾਂ ਫਿਰ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਔਖਾ ਸਮਾਂ ਜਿਹੜਾ ਹੈ ਉਹ ਹੋ ਜਾਏਗਾ। ਤੇ ਇੱਕ ਚੀਜ਼ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਹੋਰ ਇੱਥੇ ਸ਼ੇਅਰ ਕਰ ਦਿਆਂ ਕਿ ਜਿਹੜੀ ਰਾਹ ਵਰਗੀ ਏਜੰਸੀ ਹੈਗੀ ਆ, ਇਹ ਕੱਲਾ ਸਿਰਫ ਭਾਰਤ ਵਿੱਚ ਰਹਿ ਕੇ ਹੀ ਨਹੀਂ ਜਿਹੜਾ ਹੈ ਉਹ ਜਿਹੜੇ ਐਕਟਿਵਿਸਟ ਨੇ ਜਾਂ ਜਿਹੜੇ ਕੋਈ ਗੱਲਬਾਤ ਕਰਦੇ ਨੇ, ਜਿਹੜੇ ਆਪਣੀ ਹੱਕ ਹਕੂਕ ਦੀ ਆਪਣੀ ਕੌਮ ਵਾਸਤੇ ਖੜਨ ਦੀ ਗੱਲ ਕਰਦੇ ਨੇ, ਜਾਂ ਕੌਮ ਵਾਸਤੇ ਉਹਨਾਂ ਲੜਾਈ ਵਿੱਢੀ ਹੋਈ ਆ, ਜਾਂ ਉਹ ਆਪਣੇ ਤਰੀਕੇ ਦੇ ਨਾਲ ਆਪਣੀ ਇਨਪੁਟ ਪਾਉਂਦੇ ਨੇ, ਉਹ ਬਾਹਰ ਤੱਕ ਵੀ, ਬਾਹਰ ਜਿੰਨੇ ਵੀ ਜਿਹੜੇ ਬੈਠੇ ਹੋਏ ਲੋਕ ਨੇ ਉਹਨਾਂ ਦੇ ਥਰੂ ਬਾਹਰ ਤੱਕ ਉਹ ਆਪਣਾ ਜਿਹੜਾ ਉਹਨਾਂ ਦਾ ਜਾਲ ਆ ਉਹ ਵਿਛਿਆ ਹੋਇਆ। ਬਹੁਤ ਸਾਰੇ ਮੈਂ ਕੈਨੇਡਾ ਦੇ ਲੈਵਲ ਦੇ ਉੱਤੇ ਗੱਲ ਕਰਕੇ ਦੇਖ ਲਾਂ, ਇੱਥੇ ਬਹੁਤ ਸਾਰੇ ਪਲੇਟਫਾਰਮ ਜਿਹੜੇ ਨੇ ਉਹ ਇੰਡੀਅਨ ਏਜੰਸੀ ਦੇ ਰਾਹ ਦੇ ਜਿਹੜੇ ਨੇ ਉਹ ਚਲਾ ਰਹੇ ਹੈਗੇ ਨੇ। ਉਹਨਾਂ ਨੂੰ ਰੱਜ ਕੇ ਖੁੱਲੇ ਤੌਰ ਦੇ ਉੱਤੇ ਉਹਨਾਂ ਨੂੰ ਪੈਸਾ ਜਿਹੜਾ ਉਹ ਵਰਤਾਇਆ ਜਾਂਦਾ ਹੈਗਾ, ਤੇ ਉਹ ਫਿਰ ਜਿਹੜੇ ਨੇ ਉਹਨਾਂ ਦੇ ਗੁਣ ਗਾਉਣ ਹੀ ਨਹੀਂ ਗਾਉਂਦੇ ਹੈਗੇ, ਲੋਕਾਂ ਦੇ ਜਿਹੜੇ ਨੇ ਉਹ ਕਾਲਾਂ ਲੈਣ ਤੋਂ ਬਾਅਦ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇੰਡੀਅਨ ਸਟੇਟ ਤੇ ਇੰਡੀਅਨ ਸਟੇਟ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਜਿਹੜਾ ਨੇ ਉਹ ਪਹੁੰਚਾਉਂਦੇ ਹੈਗੇ ਨੇ। ਔਰ ਪਿਛਲੇ ਬੜੇ ਲੰਬੇ ਸਮੇਂ ਤੋਂ ਜਿਹੜਾ ਕੰਮ ਚੱਲਿਆ ਆ ਰਿਹਾ ਹੈਗਾ, ਤੇ ਉਹਨਾਂ ਦਾ ਕੰਮ ਇਹ ਆ ਕਿ ਜਿਹੜੇ ਬੋਲਦੇ ਲੋਕ ਨੇ, ਜਿਹੜੇ ਲੋਕ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਦਬਾਇਆ ਜਾਵੇ। ਉਹਨਾਂ ਦੇ ਨਾਲ ਉਹ ਪਿਆਰ ਨਾਲ ਵੀ ਪੇਸ਼ ਆਉਂਦੇ ਨੇ, ਪੇਸ਼ਕਸ਼ ਵੀ ਹੁੰਦੀ ਹੈਗੀ ਆ ਕਿ ਉਹਨਾਂ ਨੂੰ ਤੁਸੀਂ ਆਪਣੇ ਵਰਗੇ ਬਣਾ ਲਓ। ਉਹਨਾਂ ਨੂੰ ਦਬਕਾਇਆ ਧਮਕਾਇਆ ਵੀ ਜਾਂਦਾ ਹੈਗਾ। ਉਹਨਾਂ ਨੂੰ ਜਿਹੜਾ ਉਹ ਤਰੀਕਾ ਏਜੰਸੀ 'ਚ ਅਪਣਾਉਣਾ ਚਾਹੁਣ, ਜਿੱਥੇ ਕਿ ਜੇ ਬੰਦਾ ਆ ਕੇ ਖੜ ਜਾਵੇ, ਜਾਂ ਤੇ ਕੋਈ ਕੱਚਾ ਹੋਊਗਾ ਤੇ ਜਿਹੜਾ ਬੰਦਾ ਆਪਣੇ ਗੁਰੂ ਨੂੰ ਜਵਾਬ ਦੇ ਨਹੀਂ, ਆਪਣੇ ਧਰਮ ਨੂੰ ਜਵਾਬ ਦੇ ਨਹੀਂ, ਜਾਂ ਆਪਣੀ ਜ਼ਮੀਰ ਨੂੰ ਜਵਾਬ ਦੇ ਨਹੀਂ, ਉਹ ਤੇ ਹੋ ਸਕਦਾ ਕੋਈ ਡੋਲ ਜਾਵੇ। ਪਰ ਲੇਕਿਨ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਿਨ੍ਹਾਂ ਨੇ ਆਪਣੇ ਦਿਲ ਤੇ ਆਪਣੇ ਜ਼ਮੀਰ ਦੇ ਨਾਲ ਇਹ ਫੈਸਲਾ ਕੀਤਾ ਹੋਇਆ ਨਾ ਕਿ ਅਸੀਂ ਜਵਾਬ ਦੇ ਗੁਰੂ ਨੂੰ ਆ, ਅਸੀਂ ਇੱਥੇ ਆਪਣੀ ਖੇਡ ਸਕਦੇ ਹਾਂ, ਕਿ ਅਸੀਂ ਭਾਈ ਇੱਥੇ ਆਪਣਾ ਜੀਵਨ ਜਿਹੜਾ ਹੈ ਹੋਰ ਸੁਖਾਲਾ ਕਰ ਸਕਦੇ ਹੈਗੇ ਆ, ਉਹਨਾਂ ਦੇ ਗੁਲਾਮ ਬਣ ਸਕਦੇ ਹੈਗੇ ਆ। ਉਹ ਲੋਕ ਤਾਂ ਜਿਹੜੇ ਨੇ ਉਹ ਹੋ ਸਕਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੰਨ ਜਾਂਦੇ ਹੋਣ, ਪਰ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਿਨ੍ਹਾਂ ਨੂੰ ਪਤਾ ਕਿ ਭਾਈ ਹੋ ਸਕਦਾ ਇਸ ਦੁਨਿਆਵੀ ਜੀਵਨ ਦੇ ਵਿੱਚ ਕੁਝ ਮੈਨੂੰ ਫਾਇਦਾ ਹੋ ਸਕਦਾ ਹੈਗਾ, ਪਰ ਅੱਗੇ ਮੈਂ ਜਾ ਕੇ ਗੁਰੂ ਨੂੰ ਜਵਾਬ ਦੇ ਆ, ਮੈਂ ਆਪਣੇ ਉਸ ਗੁਰੂ ਨੂੰ ਜਿਹਦੇ ਅੱਗੇ ਮੈਂ ਨਤਮਸਤਕ ਹੁੰਨਾ, ਜਿਹਦੇ ਅੱਗੇ ਮੈਂ ਜਾ ਕੇ ਮੱਥੇ ਟੇਕਦਾ, ਜਿਹਦੇ ਅੱਗੇ ਮੈਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁੱਖ ਜਿਹੜੀ ਉਹ ਮੰਗਦਾ, ਜਾਂ ਆਪਣੇ ਵਾਸਤੇ ਸੁੱਖ ਮੰਗਦਾ, ਆਪਣੇ ਪਰਿਵਾਰ ਵਾਸਤੇ ਸੁੱਖ ਮੰਗਦਾ, ਤੇ ਜਿਹਨੂੰ ਜਾ ਕੇ ਜਵਾਬ ਦੇ ਆ, ਉਹ ਲੋਕ ਤਾਂ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਉੱਤੇ ਕੋਈ ਵੀ ਆਪਣਾ ਫੈਸਲਾ ਨਹੀਂ ਬਦਲਦੇ, ਤੇ ਉਹ ਲੋਕ ਦ੍ਰਿੜ ਰਹਿੰਦੇ ਨੇ। ਤਾਂ ਹੀ ਕਰਕੇ ਕੁਛ ਨਾ ਕੁਛ ਆਵਾਜ਼ ਜਿਹੜੀ ਆ ਉਹ ਜਿੰਨੀ ਕੁ ਜਾਂਦੀ ਆ, ਓਨੇ ਕੁ ਦੇ ਨਾਲ ਹੀ ਭਾਰਤੀ ਸਟੇਟ ਦੀਆਂ ਏਜੰਸੀਆਂ ਦੀਆਂ ਚੀਕਾਂ ਜਿਹੜੀਆਂ ਨੇ ਉਹ ਨਿਕਲਦੀਆਂ ਰਹਿੰਦੀਆਂ ਨੇ। ਉਹਨਾਂ ਨੂੰ ਇਹ ਜਿਹੜੀਆਂ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਇਹ ਜਿੰਨੇ ਕੁ ਵੀ ਹੈਗੇ ਨੇ, ਕਿਉਂਕਿ ਬੰਦੇ, ਇਹ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਸਮੂਹ ਇਕੱਠ ਜਿਹੜਾ ਹੋਵੇ ਉਹ ਹੀ ਜਿਹੜਾ ਵੱਡੇ ਰੂਪ ਦੇ ਵਿੱਚ ਕੋਈ ਜਿਹੜੇ ਫੈਸਲੇ ਲੈ ਸਕਦਾ, ਜਾਂ ਉਹ ਹੀ ਵੱਡੇ ਰੂਪ ਦੇ ਵਿੱਚ ਕੋਈ ਬਦਲਾਵ ਕਰ ਸਕਦਾ ਹੈਗਾ। ਹਮੇਸ਼ਾ ਕੁਝ ਕੁ ਬੰਦਿਆਂ ਨੂੰ ਹੀ
ਜਿਹੜਾ ਵਾਗਡੋਰ ਆਪਣੀ ਸੰਭਾਲਣੀ ਪੈਂਦੀ ਹੈਗੀ ਆ। ਕੁਝ ਕੁ ਬੰਦਿਆਂ ਨੂੰ ਹੀ ਜ਼ਮੀਰ ਦੀ ਜਿਹੜੀ ਆਵਾਜ਼ ਹੈਗੀ ਆ ਉਹਨੂੰ ਸੁਣ ਕੇ ਤੇ ਅੱਗੇ ਗੱਲਬਾਤ ਜਿਹੜੀ ਆ ਉਹ ਕਰਨੀ ਪੈਂਦੀ ਹੈਗੀ ਆ। ਤੇ ਸਿਰਫ ਸਾਡਾ ਕੀ ਫਰਜ਼ ਬਣਦਾ, ਜਾਂ ਜਿਹੜੇ ਲੋਕ ਸੁਣਦੇ ਨੇ, ਜਾਂ ਜਿਹੜੇ ਲੋਕ ਥੋੜਾ ਜਿਹਾ ਵੀ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਆਪਣੇ ਧਰਮ ਦੀ ਕੋਈ ਇਨਪੁਟ ਪਾਉਣੀ ਚਾਹੁੰਦੇ ਹੈਗੇ ਆ, ਤੇ ਸਿਰਫ ਉਹ ਇੰਨਾ ਕੀ ਜ਼ਰੂਰ ਕਰ ਦਿਆ ਕਰਨ ਕਿ ਜਿਹੜੇ ਚੱਲਦੇ ਹੋਏ ਪ੍ਰੋਗਰਾਮ ਨੇ, ਜਿਨ੍ਹਾਂ ਨੂੰ ਬਹੁਤ ਔਖੇ ਹੋ ਕੇ ਜਿਹੜੇ ਅਸੀਂ ਲੋਕ ਚਲਾਉਂਦੇ ਆ, ਉਹਨਾਂ ਦਾ ਕਮ ਸੇ ਕਮ ਤੁਸੀਂ ਲਾਈਕ ਔਰ ਸ਼ੇਅਰ ਹੀ ਕਰ ਦਿਆ ਕਰੋ। ਕਮ ਸੇ ਕਮ ਉਹਨਾਂ ਲੋਕਾਂ ਤੱਕ ਪਹੁੰਚਦਾ ਕਰ ਦਿਆ ਕਰੋ। ਇੰਨੀ ਕੁ ਇਨਪੁਟ ਤਾਂ ਜਿਹੜੀ ਆ ਉਹ ਪਾ ਸਕਦੇ ਹੈਗੇ ਆ ਨਾ ਆਪਾਂ। ਸੋ ਇਹਨਾਂ ਲੋਕਾਂ ਦੇ ਨਾਲ, ਵੱਡੇ ਸਿਰਾਂ ਵਾਲਿਆਂ ਦੇ ਨਾਲ, ਜਿਨ੍ਹਾਂ ਕੋਲ ਜਿਹੜੇ ਬਹੁਤ ਵੱਡੇ ਸਰਮਾਏਦਾਰ ਲੋਕ ਨੇ, ਜਿਨ੍ਹਾਂ ਕੋਲ ਥਿੰਕ ਟੈਂਕ ਨੇ, ਉਹਨਾਂ ਦੇ ਜਿਹੜਾ ਬਰਾਬਰ ਖੜ ਕੇ ਤੇ ਉਹਨਾਂ ਦੇ ਅਗੇਂਸਟ ਜਾਂ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ, ਜਾਂ ਜਿਹੜਾ ਉਹਨਾਂ ਦਾ ਧੱਕਾ, ਉਹਨਾਂ ਨੂੰ ਉਜਾਗਰ ਕਰਨ ਵਾਸਤੇ ਜਿਹੜੇ ਲੋਕ ਬੋਲਦੇ ਨੇ, ਕਮ ਸੇ ਕਮ ਉਹਨਾਂ ਦੀ ਪਿੱਠ ਹੀ ਥਾਪੜ ਦਿਆ ਕਰੀਏ ਆਪਾਂ। ਕਮ ਸੇ ਕਮ ਉਹਨਾਂ ਦੇ ਨਾਲ ਖੜ ਜਿਆ ਕਰੀਏ। ਉਹ ਤੇ ਮੈਂ ਲੋਕਾਂ ਨੂੰ ਇਹੋ ਜਿਹਾ ਵੀ ਦੇਖਿਆ ਹੈਗਾ ਕਿ ਫੇਸਬੁੱਕ ਤੋਂ ਹੀ ਉਹ ਦੌੜ ਜਾਂਦੇ ਨੇ। ਉਹ ਤਾਂ ਉਹਨਾਂ ਨੂੰ ਇਹ ਲੱਗਦਾ ਕਿਤੇ ਮਾੜਾ ਜਿਹਾ ਕਿਤੇ ਲਾਈਕ ਕਰ ਦਿੱਤਾ ਤੇ ਸਾਡੇ ਦੇ ਉੱਤੇ ਤੇ ਜਿਹੜਾ ਹੈ ਉਹ ਜਿਹੜਾ ਭਾਰਤੀ ਕਾਨੂੰਨ ਜਿਹੜਾ ਹੈਗਾ ਸਾਨੂੰ ਦੇਸ਼ ਧਰੋਹ ਦਾ ਮੁਕੱਦਮਾ ਸਾਡੇ ਤੇ ਦਰਜ ਕਰ ਦੇਗਾ। ਸੋ ਕਿਹੋ ਜਿਹੇ ਅਸੀਂ ਜਿਹੜੇ ਹੈਗੇ ਆ ਉਹ ਆਪਣੀ ਜ਼ਮੀਰ ਰੱਖਦੇ ਆ, ਇਹ ਵੀ ਜਿਹੜਾ ਹੈ ਸਾਡੇ ਉੱਤੇ ਨਿਰਭਰ ਜਿਹੜਾ ਹੈ ਉਹ ਕਰਦਾ ਹੈਗਾ। ਸੋ ਇਹਨਾਂ ਜਿਹੜੀਆਂ ਇਹ ਏਜੰਸੀਜ਼ ਨੇ, ਇਹਨਾਂ ਨੂੰ ਜਵਾਬ ਵੀ ਤੇ ਅਸੀਂ ਲੋਕਾਂ ਨੇ ਹੀ ਦੇਣਾ ਨਾ। ਅਸੀਂ ਲੋਕਾਂ ਨੇ ਇਹ ਚੀਜ਼ ਦਾ ਫੈਸਲਾ ਕਰਨਾ ਕਿ ਅਸੀਂ ਖੜਨਾ ਕਿੱਧਰ ਹੈਗਾ। ਸੋ ਜਦੋਂ ਇਹ ਸਾਰਾ ਕੁਝ ਇਹ ਪਿਛਲੇ ਸਮੇਂ ਦੇ ਵਿੱਚ ਵਾਪਰ ਰਿਹਾ ਜਾਂ ਵਾਪਰ ਗਿਆ ਜਿਹੜਾ ਹੈਗਾ, ਉਹਦੇ ਵਾਸਤੇ ਇਹਨਾਂ ਨੂੰ ਪਹਿਲਾਂ ਤਾਂ ਸਾਨੂੰ ਦੋਸ਼ੀ ਜਿਹੜਾ ਹੈ ਉਹ ਬਿਲਕੁਲ ਪੂਰਨ ਰੂਪ ਦੇ ਵਿੱਚ ਜਿਹੜਾ ਉਹ ਦੇਣਾ ਪਏਗਾ ਨਾ। ਕਿਉਂਕਿ ਇਹ ਜਿਹੜੀ ਸਟੇਟ ਹੁੰਦੀ ਆ, ਪਹਿਲਾਂ ਉਹ ਜ਼ੁਲਮ ਕਰਦੀ ਆ, ਫਿਰ ਜ਼ੁਲਮ ਤੋਂ ਬਾਅਦ ਉਸ ਜ਼ੁਲਮ ਨੂੰ ਮਿਟਾਉਂਦੀ ਆ ਤੇ ਮੁਨਕਰ ਹੁੰਦੀ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ। ਸੋ ਜਦੋਂ ਉਹ ਇੰਟਰਨੈਸ਼ਨਲ ਲੈਵਲ ਤੇ ਮੁਨਕਰ ਹੁੰਦੀ ਹੈਗੀ ਆ, ਪਰ ਉਸ ਦੇ ਅਗੇਂਸਟ ਜਿਹੜਾ ਉਹ ਏਜੰਸੀਜ਼ ਪੈਦਾ ਕਰਦੀਆਂ ਨੇ ਆਪਣੇ ਵਰਗੇ ਜਿਹੜੇ ਨੇ ਉਹ ਕੀੜੇ ਮਕੌੜੇ, ਤੇ ਉਹ ਕੀੜੇ ਮਕੌੜੇ ਜਿਹੜੇ ਨੇ ਉਹ ਸਿਰੀਆਂ ਕੱਢਦੇ ਨੇ ਤੇ ਉਹ ਲਗਾਤਾਰਤਾ ਦੇ ਨਾਲ ਬੋਲਦੇ ਨੇ, ਜਿਹੜੇ ਨੇ ਅਗੇਂਸਟ ਬੋਲਦੇ ਨੇ, ਉਹ ਜਾਂ ਦੂਜਿਆਂ ਦੇ ਉੱਤੇ ਠੱਪੇ ਲਾਉਣੇ ਸ਼ੁਰੂ ਕਰ ਦਿੰਦੇ ਹੈਗੇ ਨੇ। ਸੋ ਉਹ ਜੇ ਸਾਡੇ ਵਰਗਿਆਂ ਨੂੰ ਵੀ ਉਹ ਦੂਸਰੀ ਉਧਰਲੀ ਸਾਈਡ ਦੇ ਉੱਤੇ ਘੜੀਸਣ ਦੀ ਕੋਸ਼ਿਸ਼ ਜਿਹੜੇ ਨੇ ਉਹ ਕਰਦੇ ਹੈਗੇ ਨੇ। ਪਰ ਅਸੀਂ ਤਾਂ ਜਵਾਬਦੇਹ ਗੁਰੂ ਨੂੰ ਆ ਨਾ, ਬਾਕੀਆਂ ਨੂੰ ਛੱਡ ਦਿਓ ਤੁਸੀਂ ਕਿ ਅਸੀਂ ਕਿੱਥੇ ਜਵਾਬਦੇਹ ਹੈਗੇ ਆ। ਅਸੀਂ ਗੁਰੂ ਨੂੰ ਤਾਂ ਜਵਾਬਦੇਹ ਆ। ਜਿਸ ਧਰਮ ਦੇ ਵਿੱਚ ਅਸੀਂ ਪੈਦਾ ਹੋਏ ਆ, ਜਿਸ ਜਗ੍ਹਾ ਦੇ ਉੱਤੇ ਅਸੀਂ ਪੈਦਾ ਹੋਏ ਆ, ਉਸ ਧਰਤੀ ਨੂੰ ਤੇ ਉਸ ਧਰਮ ਨੂੰ ਤੇ ਅਸੀਂ ਜਵਾਬਦੇਹ ਹੈਗੇ ਆ ਨਾ। ਬਾਕੀ ਗੱਲਾਂ ਤਾਂ ਛੱਡ ਦਿਓ, ਦੁਨਿਆਵੀ ਚੀਜ਼ਾਂ ਕੋ ਕਿਸੇ ਦਾ ਬਹੁਤ ਵੱਡਾ ਘਰ ਹੋ ਸਕਦਾ, ਕੋ ਕਿਸੇ ਕੋ ਬਹੁਤ ਵੱਡੀ ਜਿਹੜਾ ਹੈ ਉਹ ਕਾਰ ਜਾਂ ਗੱਡੀ ਹੋ ਸਕਦੀ ਹੈਗੀ ਆ, ਬਹੁਤ ਹੋਰ ਉਹਦੇ ਕੋਲ ਸਰਮਾਇਆ ਹੋ ਸਕਦਾ ਹੈਗਾ, ਸਾਰਾ ਕੁਝ ਹੋ ਸਕਦਾ ਹੈਗਾ ਉਹਦੇ ਕੋਲ। ਇਹ ਦੁਨਿਆਵੀ ਚੀਜ਼ਾਂ ਤੋਂ ਇਲਾਵਾ ਜਿਹੜੇ ਸਾਡੇ ਫਰਜ਼ ਬਣਦੇ ਨੇ ਤੇ ਜਿਨ੍ਹਾਂ ਨਾਲ ਅਸੀਂ ਲੜਾਈ ਲੜਦੇ ਆ, ਉਹਨਾਂ ਦੇ ਵਿਰੁੱਧ ਅਸੀਂ ਨਹੀਂ ਖੜੇ ਹੋਵਾਂਗੇ ਤਾਂ ਫਿਰ ਖੜਾ ਕੌਣ ਜਿਹੜਾ ਉਹ ਹੋਊਗਾ। ਸੋ ਇਹ ਮਖੌਟਾ ਅਸੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹੈਗੇ ਆ ਕਿ ਮਖੌਟਾ ਇਹਨਾਂ ਦਾ ਉਤਾਰ ਦਈਏ। ਅੱਜ ਅਸੀਂ ਅਗਰ ਫੇਰ ਇਹਨਾਂ ਦੇ ਮਗਰ ਲੱਗ ਕੇ ਤੇ 22 ਦੀਆਂ ਚੋਣਾਂ ਵਾਸਤੇ ਬਾਹਾਂ ਖੜੀਆਂ ਕਰਕੇ ਇਹ ਸੋਚਦੇ ਆ ਕਿ ਅਸੀਂ ਆਪਣੇ ਫਰਜ਼ ਜਿਹੜੇ ਆ ਉਹ ਨਿਭਾ ਰਹੇ ਹੈਗੇ ਆ, ਅਸੀਂ ਫਰਜ਼ ਨਹੀਂ ਨਿਭਾ ਰਹੇ, ਅਸੀਂ ਆਉਣ ਵਾਲੀ ਪੀੜ੍ਹੀ ਨੂੰ ਖੂਹ ਦੇ ਵਿੱਚ ਸਿੱਟ ਰਹੇ ਹੈਗੇ ਆ। ਸੋ ਇਹ ਹੁਣ ਅਸੀਂ ਫੈਸਲਾ ਲੋਕਾਂ ਨੇ ਲੈਣਾ ਕਿ ਭਾਈ ਜਿਹੜਾ ਹੈ ਇਹ ਆ ਜਿਹੜੇ ਡਰਾਮੇ ਜੇ ਕਰਦੇ ਨੇ, ਕਦੀ ਆ ਬੇਅੰਤੇ ਬੁੱਚੜ ਦਾ ਮੁੰਡਾ ਤੇ ਉਹਦੀ ਜਿਹੜੀ ਪ੍ਰਕਾਸ਼ ਬਾਦਲ ਦੀ ਨਹੁੰ ਆ, ਬਾਹਰ ਆਣ ਕੇ ਡਰਾਮੇ ਜੇ ਉੱਥੇ ਇੱਕ ਦੂਸਰੇ ਨਾਲ ਇੱਕ ਤਾਨੇ ਮਿਹਣੇ ਜੇ ਦੇ ਕੇ ਤੇ ਲੋਕ ਉਹ ਵੀਡੀਓ ਵੇਖ ਕੇ ਹੱਸੀ ਜਾਂਦੇ ਆ, ਜਾਂ ਉਹੀ ਕਹਿ ਦਿੰਦੇ ਨੇ ਵੀ ਫਲਾਣੇ ਨੇ ਉਹ ਕਹਿ ਦਿੱਤਾ, ਕੁਛ ਉਹਨਾਂ ਦੇ ਸਪੋਰਟਰ ਨੇ, ਕੁਛ ਉਹਨਾਂ ਦੇ ਸਪੋਰਟਰ ਨੇ। ਤੇ ਇਹ ਤਾਂ ਖੇਡ, ਇਹ ਜਿਹੜੀ ਖੇਡਦੇ ਨੇ, ਇਸ ਖੇਡ ਨੂੰ ਅਸੀਂ ਸਮਝ ਜੀਏ ਹੁਣ ਤੱਕ। ਜੇ ਇਸ ਖੇਡ ਨੂੰ ਹੀ ਅਸੀਂ ਸਮਝ ਲਿਆ ਤੇ ਸਾਡੀਆਂ ਅੱਖਾਂ ਤੋਂ ਸਾਰੇ ਪਰਦੇ ਜਿਹੜੇ ਨੇ ਉਹ ਲੱਥ ਜਾਣਗੇ। ਉਮੀਦ ਕਰਦਾ ਕਿ ਅੱਜ ਵਾਲੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਪਸੰਦ ਜਿਹੜੀਆਂ ਨੇ ਉਹ ਆਉਣਗੀਆਂ। ਇਸ ਹਫ਼ਤੇ ਦਾ ਇਹ ਅਖੀਰਲਾ ਪ੍ਰੋਗਰਾਮ ਆ। ਸੋਮਵਾਰ ਨੂੰ ਹੁਣ ਤੁਹਾਡੀ ਕਚਹਿਰੀ ਦੇ ਵਿੱਚ ਆਪਾਂ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸੋ
ਉਮੀਦ ਇਸ ਦੇ ਨਾਲ ਕਿ ਤੁਸੀਂ ਆਪਣੇ ਕਮੈਂਟ ਜਿਹੜੇ ਨੇ ਜਾਂ ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਦਾ ਜਿਹੜਾ ਉਹ ਕਰੋਗੇ। ਸੋ ਮੈਂ ਤੁਹਾਡੇ ਕੋਲ ਇੱਥੇ ਪ੍ਰੋਗਰਾਮ ਖਤਮ ਕਰਨ ਦੀ ਜਿਹੜੀ ਆ ਇਜਾਜ਼ਤ ਲੈਣਾ ਹੈਗਾ। ਸੋ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਆ। ਸੋਮਵਾਰ ਨੂੰ ਆਪਾਂ 9:30 ਵਜੇ ਟੋਰਾਂਟੋ ਸਮੇਂ ਦੇ ਮੁਤਾਬਕ ਤੇ 7 ਵਜੇ ਸਵੇਰੇ ਇੰਡੀਆ ਸਮੇਂ ਮੁਤਾਬਕ ਜਿਹੜਾ ਹੈ ਉਹ ਦੁਬਾਰਾ ਹਾਜ਼ਰੀ ਲਵਾਵਾਂਗੇ। ਭੈ ਕਾਹੂ ਕੋ ਦੇਤ ਨਾ ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।